ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਰਾਣਾ ਰਾਉ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ। ਬਾਰੀ ਆਪੋ ਆਪਣੀ ਚਲੇ ਮਸਾਇਖ ਸੇਖ। ਸਰਫੈ ਸਰਫੈ ਸਦਾ ਸਦਾ, ਏਵੈ ਗਈ ਵਿਹਾਏ। ਨਾਨਕ ਕਿਸਨੋ ਆਖੀਐ, ਬਿਨ ਪੁੱਛਿਆ ਹੀ ਲੈ ਜਾਏ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਫਰਮਾਨ ਹਨ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ। ਸੱਦੇ ਉੱਠੀ ਜਾਹੀ ਦੇ ਮਾਂ ਬਾਕਾਂ ਅਨੁਸਾਰ। ਪਿਛਲੇ ਦਿਨੀਂ ਭਾਈ ਸੁਖਦੇਵ ਸਿੰਘ ਜੀ ਮਿੱਠੂ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ। ਉਹਨਾਂ ਦੇ ਨਿਮਿਰਤ ਪਾਵਨ ਬਾਣੀ ਦੇ ਜਪ ਹੋਏ।
ਉਪਰੰਤ ਉਹਨਾਂ ਦੇ ਨਿਮਰਤ ਕੁਝ ਸਮਾਂ ਗੁਰਬਾਣੀ ਦੀ ਵਿਚਾਰ ਤੇ ਫਿਰ ਵਿਛੜੀ ਰੂਹ ਦੇ ਨਿਮਰਤ ਅੰਤਮ ਅਰਦਾਸ ਕੀਤੀ ਜਾਣੀ ਹੈ ਜੀ। ਸੋ ਆਓ, ਜਿਤਨਾ ਕੁ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਉਸ ਵਿਛੜੀ ਹੋਈ ਰੂਹ ਦੇ ਨਿਮਰਤ ਸਤਿਗੁਰਾਂ ਦੇ ਚਰਨਾਂ 'ਚ ਮਨ ਕਰਕੇ ਜੁੜਨਾ ਕਰੀਏ। ਆਪੇ ਦਾ ਗਿਆਨ ਸਾਨੂੰ ਹੋ ਜਾਏ। ਸਮਾਂ ਹੈ ਖੁਸ਼ੀ ਦਾ, ਗਮੀ ਦਾ, ਸਭ ਤੇ ਆਉਣਾ। ਭਾਈ ਮਿੱਠੂ ਸਿੰਘ ਚਲੇ ਗਏ ਆ। ਇਸੇ ਤਰ੍ਹਾਂ ਵਾਰੀ ਪਿੱਛੇ ਵੀ ਬਹੁਤ ਦੁਨੀਆ ਗਈ ਤੇ ਮਿੱਠੂ ਸਿੰਘ ਦੀ ਵਾਰੀ ਆਈ, ਉਹ ਵੀ ਤੁਰ ਗਏ ਆ। ਜਿਸ ਦਿਨ ਮੇਰੀ ਵਾਰੀ ਆ ਜਾਣੀ ਹੈ ਮੈਂ ਵੀ ਤੁਰ ਜਾਣਾ। ਜਿਹਦੀ ਵੀ ਆ ਗਈ ਵਾਰੀ ਜੀ, ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ। ਉਡਾਰੀ ਲਾਉਣੀ ਆ। ਬੰਦਾ ਹੱਸ ਕੇ ਲਾਵੇ, ਰੋ ਕੇ ਲਾਵੇ, ਮਰਜ਼ੀ ਆਪਣੀ। ਪਰ ਇਹ ਸੱਚ ਹੈ, ਕਿਉਂਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਪ੍ਰੇਮੀਓ ਉਹਦਾ ਹੁਕਮ ਹੈ ਜੀ, ਮਾਲਕ ਦਾ। ਬੰਦਾ ਉਹਦੇ ਭਾਣੇ 'ਚ ਆਉਂਦਾ, ਉਹਦੇ ਭਾਣੇ ਦੇ ਵਿੱਚ ਹੀ ਚਲਾ ਜਾਂਦਾ। ਫਿਰ ਜਿਹੜੇ ਸਾਡੇ ਦੁੱਖ ਨੇ, ਸੁੱਖ ਨੇ, ਪਿਛਲੇ ਜਨਮਾਂ ਦੇ ਕੀਤੇ ਹੋਏ ਨੇ, ਐਵੇਂ ਵਾਧੂ ਦੀ ਮੈਂ ਮੇਰੀ ਕਰਦੇ ਆ ਆਪਾਂ ਸਾਰੇ। ਵਾਧੂ ਦੀ ਆ। ਵੇਖੋ, ਆਪਣੀ ਮਰਜ਼ੀ ਨਾਲ ਅਸੀਂ ਆਏ ਨਹੀਂ। ਭਾਣਾ ਆਵੇ, ਉਹਦੇ ਭਾਣੇ 'ਚ ਆਉਂਦੇ ਆ। ਜਾਏ, ਚਲਾ ਵੀ ਉਹਦੇ ਭਾਣੇ 'ਚ ਜਾਣਾ। ਆਪਾਂ ਕਹਿੰਦੇ ਵੀ ਭਾਣਾ ਹੈ, ਭਾਣਾ ਵਾਪਰ ਗਿਆ, ਰਜਾ ਉਹਦੀ। ਆਪਣੀ ਮਰਜ਼ੀ ਨਾਲ ਕੋਈ ਨਹੀਂ ਆਇਆ ਤੇ ਨਾ ਹੀ ਸਾਧ ਸੰਗਤ ਜੀ ਆਪਣੀ ਮਰਜ਼ੀ ਨਾਲ ਕਿਸੇ ਨੇ ਜਾਣਾ। ਜਿਸ ਦਿਨ ਉਹਨੇ ਬੁਲਾ ਲਿਆ, ਹਰ ਫਰਮਾਨ ਦਰਗਹਿ ਕਾ ਆਇਆ, ਉਹਦਾ ਫਰਮਾਨ ਆ ਗਿਆ। ਨਾਲੇ ਮਰਨ ਨੂੰ ਕਿਹਦਾ ਮਨ ਕਰਦਾ ਜੀ, ਕਿਹਦਾ ਦਿਲ ਕਰਦਾ, ਕਿਹੜਾ ਚਾਹੁੰਦਾ ਕਿ ਮੈਂ ਮਰਾਂ। ਜਿਸ ਬੰਦੇ ਦੀ 100 ਤੋਂ ਵੀ ਲੰਘੀ ਆ ਨਾ ਉਮਰ, 120 ਤੱਕ ਵੀ ਕਈ ਮਿਲੇ ਆ, ਇਸੇ 20-25 ਸਾਲ, 120-25 ਸਾਲਾਂ ਦੇ, ਉਹ ਵੀ ਨਹੀਂ ਚਾਹੁੰਦੇ ਕਿ ਮਰੀਏ। ਉਹ ਵੀ ਨਹੀਂ ਚਾਹੁੰਦਾ। ਮਰਨੇ ਤੇ ਸਭ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ। ਹਰ ਕੋਈ ਬੰਦਾ ਜਿਉਣਾ ਚਾਹੁੰਦਾ, ਪਰ ਗੁਰਮੁਖੋ ਜਿਸ ਦਿਨ ਸਮਾਂ ਆ ਗਿਆ ਨਾ ਸਾਡੀ ਮੌਤ ਦਾ, ਸਾਡਾ ਅਖੀਰੀ ਜਾਣਾ ਪਊਗਾ। ਪਤਾ ਨਹੀਂ ਸਾਡੀ ਸਭ ਦੀ ਆਪਸ ਦੇ ਵਿੱਚ ਕਿਹੜੀ ਮੁਲਾਕਾਤ ਆਖਰੀ ਹੋਵੇ। ਮਿਲਣਾ ਗਿਲਣਾ ਸਾਡਾ, ਅੱਜ ਮਿਲ ਰਹੇ ਆ, ਬੋਲ ਰਹੇ ਆ, ਇੱਕ ਦੂਜੇ ਨੂੰ ਵੇਖ ਰਹੇ ਆ, ਤੱਕ ਰਹੇ ਆ। ਇੱਕ ਦਿਨ ਉਹ ਵੀ ਆ ਜਾਣਾ, ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਦੀਆਂ ਲਾਸ਼ਾਂ ਹੋਣਗੀਆਂ। ਭਰੋਸਾ ਕੋਈ ਨਹੀਂ। ਉਹ ਜਦੋਂ ਟਾਈਮ ਆ ਗਿਆ ਨਾ ਜੀ, ਸਮਾਂ ਜਦੋਂ ਆ ਗਿਆ, ਉਮਰ ਖਤਮ, ਸਵਾਸ ਖਤਮ, ਬੰਦੇ ਨੂੰ ਤੁਰਨਾ ਪੈਣਾ। ਉਹ ਟਾਈਮ ਕਦੋਂ ਆਉਣਾ, ਉਹ ਗੁਪਤ ਹੈ ਜੀ। ਇਹ ਕਿਸੇ ਵਿਰਲੇ ਨੂੰ, ਕਿਸੇ ਕਿਸਮਤ ਵਾਲੇ ਨੂੰ, ਕਰਮਾਂ ਵਾਲੇ ਨੂੰ, ਤੱਤ ਬੇਤੇ ਨੂੰ ਪਤਾ ਲੱਗਦਾ ਮੇਰਾ ਅਖੀਰੀ ਦਿਨ, ਸਮਾਂ, ਟਾਈਮ ਕਦੋਂ ਆ, ਕਿਹੜੀ ਜਗ੍ਹਾ। 3 ਜਗ੍ਹਾ, 3 ਤਰੀਕਾ, ਭਾਵ 3 ਚੀਜ਼ਾਂ ਦਾ ਮਿਲ ਜਾਣਾ ਬੰਦੇ ਦੀ ਮੌਤ। ਉਹ ਸਮਾਂ ਕਿਹੜਾ ਹੈ?
ਭਾਵ ਕਿਹੜੇ ਟਾਈਮ ਮੌਤ ਆਉਣੀ ਆ ਸਾਡੀ, ਕਿੱਥੇ ਆਉਣੀ ਆ ਤੇ ਕਿਹਦੇ ਆਉਣ ਤੇ ਆਉਣੀ ਆ, ਜਾਂ ਇਕੱਲੇ ਹੋਵਾਂਗੇ। ਇਹ ਤਿੰਨੇ ਚੀਜ਼ਾਂ ਜਦੋਂ ਮਿਲ ਗਈਆਂ, ਕਿਸੇ ਦਾ ਹੋਣਾ, ਉਹ ਜਗ੍ਹਾ ਦਾ ਆ ਜਾਣਾ ਤੇ ਉਹ ਟਾਈਮ ਦਾ ਆ ਜਾਣਾ। ਜਦੋਂ ਤਿੰਨੇ ਚੀਜ਼ਾਂ ਪ੍ਰੋਪਰ ਇਕੱਠੀਆਂ ਹੋ ਗਈਆਂ, ਨਾਲ ਦੀ ਨਾਲ ਬੰਦਾ ਗਿਆ ਜੀ। ਵਿਚਾਰ ਕਰ ਰਹੇ ਸਾਂ ਕਿ ਪਤਾ ਨਹੀਂ ਜੀ ਕਿਹੜੀ ਮੁਲਾਕਾਤ ਸਾਡੀ ਆਪਸ ਦੇ ਵਿੱਚ ਆਖਰੀ ਹੋਵੇ, ਕੋਈ ਪਤਾ ਨਹੀਂ। ਹੁਣ ਭਾਈ ਮਿੱਠੂ ਸਿੰਘ ਹੁਣ ਬੜੇ ਭੋਗਾਂ ਦੇ ਉਹਨਾਂ ਨੇ ਲੰਗਰ ਪ੍ਰਸ਼ਾਦਾ ਬਣਾਇਆ, ਦਾਲ ਪਾਣੀ ਬਣਾਉਂਦੇ ਸੀ, ਮਿਲਦੇ ਰਹਿੰਦੇ, ਰਸਤੇ 'ਚ ਵੀ ਮਿਲਦੇ, ਸਕੂਟਰੀ ਲੈ ਕੇ ਜਾਂਦੇ, ਘਰਾਂ 'ਚ ਮਿਲਦੇ, ਆਪਣੇ ਪਿੰਡ 'ਚ, ਬਾਹਰ ਵੀ ਵੱਡਿਆਂ ਨੂੰ ਮਿਲੇ ਹੋਣਗੇ, ਮੈਂ ਆਪਣੀ ਗੱਲ ਕਰਦਾ। ਇੱਕ ਦਿਨ ਆਖਰੀ ਮੁਲਾਕਾਤ ਵੀ ਹੋ ਗਈ, ਅੱਜ ਉਹਨਾਂ ਦੀ ਅੰਤਮ ਅਰਦਾਸ ਵੀ ਹੈ। ਮੈਂ ਬਹੁਤ ਨੂੰ ਮਿਲ ਰਿਹਾ, ਇੱਕ ਦਿਨ ਮੇਰੇ ਵਾਲੀ ਵੀ ਹੋ ਜਾਣੀ ਹੈ। ਭਾਵ ਇਹ ਸੱਚ ਹੈ ਜੀ, ਆਪਣੀ ਮਰਜ਼ੀ ਨਾਲ ਨਹੀਂ ਆਏ, ਉਹਨੇ ਭੇਜੇ ਆ ਕਰਮ ਭੋਗਣ ਆਪਣੇ। ਫਿਰ ਜਿਤਨੀ ਕੁ ਸਵਾਸਾਂ ਦੀ ਪੂੰਜੀ ਮਿਲੀ ਆ ਉਹਦੇ ਕੋਲੋਂ, ਉਹ ਹਰ ਹੀਲੇ ਭੁਗਤਦੇ ਹੋਏ, ਸਾਹ ਔਖੇ ਆਉਣੇ ਆ, ਸੌਖੇ ਆਉਣੇ ਆ, ਕਿੰਨੇ ਕਿੰਨੇ ਗਿਣਤੀ ਦੇ ਆ ਜੀ। ਅਣਘਾਲੇ ਸਭ ਦਿਵਸ ਸਾਸ ਨਹਿ ਬੜਨ ਘਟਨ ਤਿਲਸਾਰ, ਗਿਣ ਕੇ ਪਾਏ ਨੇ ਮਾਲਕ ਨੇ ਸਾਹ। ਤੇ ਜਿਹੜੀ ਚੀਜ਼ ਗਿਣਤੀ ਮਿਣਤੀ ਦੀ ਆ, ਉਹ ਇੱਕ ਦਿਨ ਖਤਮ ਜ਼ਰੂਰ ਹੋਏਗੀ। ਅੱਖਾਂ ਨਾਲ ਦੇਖਣ ਵਾਲੀ ਹਰ ਇੱਕ ਸ਼ੈ ਚੀਜ਼ ਜਿਹੜੀ ਵੀ ਆ, ਉਹ ਖਤਮ ਜ਼ਰੂਰ ਹੋਣੀ ਆ। ਸਾਡਾ ਸਰੀਰ ਵੀ ਆ। ਜਿਸ ਦਿਨ ਸਵਾਸ ਖਤਮ, ਬੰਦਾ ਖਤਮ। ਵੇਖੋ ਕਿਵੇਂ ਅਸੀਂ ਬੋਲਦੇ ਚੱਲਦੇ ਆ, ਕਿਵੇਂ ਤੁਰਦੇ ਫਿਰਦੇ ਆ। ਉੱਡਦਾ ਕੀ ਹੈ, ਕਿਸੇ ਨੂੰ ਦਿਖਦਾ ਨਹੀਂ ਵੀ ਕੀ ਉੱਡ ਗਿਆ, ਵਿੱਚੋਂ ਕੀ ਨਿਕਲ ਗਿਆ। ਸਰੀਰ ਸਾਹਮਣੇ ਹੁੰਦਾ, ਅੰਗ ਪੈਰ ਪ੍ਰੋਪਰ ਪੂਰੇ ਕੋਲ ਹੁੰਦੇ, ਅੱਖਾਂ ਵੀ ਹੁੰਦੀਆਂ ਨੇ, ਸਭ ਕੁਛ ਹੁੰਦਾ, ਪਰ ਅੰਦਰ ਵਿੱਚ ਬੰਦਾ ਕੁਛ ਵੀ ਨਹੀਂ ਰਹਿੰਦਾ, ਕੁਛ ਵੀ ਨਹੀਂ ਰਹਿੰਦਾ ਜੀ, ਉੱਡ ਜਾਂਦਾ। ਉਹਦੀ ਰਜ਼ਾ 'ਚ ਆਇਆ ਤੇ ਜਿਸ ਦਿਨ ਉਹਦੇ ਬੁਲਾਉਣਾ, ਉਸ ਦਿਨ ਚੱਲਣਾ। ਜਿਸ ਦਿਨ ਉਹਦਾ ਬੁਲਾਵਾ ਆਉਣਾ, ਆਪਣੀ ਮਰਜ਼ੀ ਨਾਲ ਆਏ ਨਹੀਂ, ਆਪਣੀ ਮਰਜ਼ੀ ਨਾਲ ਜਾਣਾ ਨਹੀਂ। ਬੰਦਾ ਜ਼ੋਰ ਲਾਉਂਦਾ ਕਿ ਮੈਂ ਆਪਣੀ ਮਰਜ਼ੀ ਨਾਲ ਰਹੂੰਗਾ, ਕਿ ਮੈਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ। ਆਹ ਰੌਲਾ ਕੌਣ ਪਾਉਂਦਾ? ਚੁੱਪ ਕਰਾ, ਉਦੋਂ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ, ਹੱਦ ਹੋ ਗਈ। ਜੇ ਕਿਸੇ ਨੂੰ ਗੁਰੂ ਦੀ ਬਾਣੀ ਨਹੀਂ ਚੰਗੀ ਲੱਗਦੀ, ਉਹ ਬਾਹਰ ਪਾਰਕ ਹੈਗੇ ਨੇ, ਉੱਥੇ ਬਹਿ ਜਾਓ ਜਾ ਕੇ। 1 ਘੰਟੇ ਦੀ ਗੱਲ ਹੈ ਸਾਰੀ। ਇੰਨੀਆਂ ਕਿੰਨੀਆਂ ਕੁ ਜ਼ਰੂਰੀ ਗੱਲਾਂ ਨੇ ਜਿਹੜੀਆਂ ਸਾਡੀਆਂ ਮੁੱਕਦੀਆਂ ਨਹੀਂ। ਗੁਰਮੁਖੋ ਕਲਯੁਗ ਹੈ, ਆ ਜਿਹੜਾ ਇੱਥੇ ਬਹਿ ਕੇ ਨਾ ਕੁਛ ਲਾਹਾ ਲੈ ਲਾਂਗੇ, ਮੈਂ ਵੀ ਵਿੱਚ ਆ ਤੁਹਾਡੇ, ਇਹੀ ਕੰਮ ਆਉਣਾ। ਇੱਥੇ ਬਹਿ ਕੇ ਵੀ ਇੱਧਰ ਉੱਧਰ ਦੀਆਂ ਚੁਗਲੀਆਂ ਨੇ, ਹੋਰ ਕੀ ਆ। ਇਹ ਤਾਂ ਨਹੀਂ ਕੋਈ ਅੱਡ ਕਥਾ ਛੇੜ ਰੱਖਿਆ ਤੁਸੀਂ ਨੇ, ਫਿਰ ਮੇਰੇ ਵਾਲੀ ਬੰਦ ਕਰ ਦਿੰਦਾ ਮੈਂ, ਇੱਧਰਲੀ ਗੁਰੂ ਗ੍ਰੰਥ ਸਾਹਿਬ ਵਾਲੀ ਪ੍ਰੇਮ ਨਾਲ ਬਹਿ ਕੇ ਸੁਣ ਲਓ। ਆਹੀ ਕੰਮ ਹੋਣਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆ ਇੰਨਾ ਖਜ਼ਾਨਾ ਬਾਣੀ ਦਾ ਐਵੇਂ ਨਹੀਂ ਦੇ ਗਏ, ਕੋਈ ਕਾਰਨ ਹੈ ਇਹ 'ਚ, ਲੋੜ ਕੀ ਸੀ? ਆ ਬਾਣੀ ਦਾ ਖਜ਼ਾਨਾ ਦੇਣ ਪਿੱਛੇ ਗੁਰਮੁਖੋ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਹੋਣਾ ਪਿਆ। ਆ ਬਾਣੀ ਰਚਣ ਪਿੱਛੇ ਤੱਤੀ ਤਵੀ ਤੇ ਬਹਿਣਾ ਪੈ ਗਿਆ, ਸ਼ਹੀਦ ਹੋਣਾ ਮਨਜ਼ੂਰ ਕਰ ਲਿਆ। ਪਰ ਆ ਜਿਹੜਾ ਰਾਹ ਦੇਣਾ ਸੀ ਨਾ ਸਾਨੂੰ, ਕਲਯੁਗੀ ਲੋਕਾਂ ਨੂੰ, ਇਹ ਦੇ ਕੇ ਗਏ ਨੇ ਇੰਨਾ ਖਜ਼ਾਨਾ। ਕੋਈ ਕਾਰਨ ਹੈ, ਰੀਜਨ ਹੈ ਇਹਦਾ? 1430 ਅੰਗ ਮਹਾਰਾਜ ਦੇ। ਇਹ ਦਰਗਾਹੀ ਖਰਚ ਹੈ, ਦਰਗਾਹੀ ਟਿਕਟ ਹੈ। ਮਹਾਰਾਜ ਦੇ ਰਹੇ ਨੇ, ਅਸੀਂ ਕਹਿੰਦੇ ਅਸੀਂ ਲੈਣੀ ਹੀ ਨਹੀਂ, ਅਸੀਂ ਤਾਂ ਨਰਕਾਂ ਨੂੰ ਹੀ ਜਾਵਾਂਗੇ। ਐਵੇਂ ਕਿਉਂ ਭੁਲੇਖਿਆਂ 'ਚ ਪੈਂਦੇ ਆ? ਜਿਉਣਾ ਸਿੱਖੋ, ਜ਼ਿੰਦਗੀ ਜਿਉਣਾ ਸਿੱਖੋ। ਸਾਡੇ ਜੀਵਨ ਦਾ ਕੋਈ ਐਸਾ ਸਵਾਲ ਨਹੀਂ, ਕੋਈ ਐਸੀ ਵਿਚਾਰ ਨਹੀਂ ਜਿਹਦਾ ਜਵਾਬ ਗੁਰਬਾਣੀ 'ਚ ਨਾ ਹੋਵੇ।
ਗੱਲ ਤਾਂ ਉੱਥੇ ਹੀ ਆ ਨਾ, ਜੇ ਕਦੇ ਸੁਣਾਂਗੇ, ਧਿਆਨ ਨਾਲ ਵੇਖਾਂਗੇ ਰੁਮਾਲਾ ਚੁੱਕ ਕੇ, ਫੇਰ ਕਿਤੇ ਗੱਲ ਬਣੂ। ਸਾਨੂੰ ਖਾਣਾ ਨਹੀਂ ਆਉਂਦਾ, ਪਹਿਨਣਾ ਨਹੀਂ ਆਉਂਦਾ, ਬੋਲਣਾ ਨਹੀਂ ਆਉਂਦਾ। ਮੈਂ ਨਹੀਂ ਕਹਿੰਦਾ, ਬਾਪੂ ਕਹਿੰਦਾ ਸਾਡਾ ਕਿ ਭਾਈ ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੁਕਰ ਜੂਠਨ ਮੈਂ ਪਾਏ। ਜਿਤ ਮੁਖ ਨਾਮ ਨਾ ਉਚਰੈ, ਕਿਹੜਾ ਨਾਮ? ਆ ਬਾਣੀ, ਰੱਬ ਦੇ ਨਾਮ ਦੀ ਗੱਲ ਮਹਾਰਾਜ ਕਰਦੇ ਆ ਬਾਣੀ ਦੇ ਵਿੱਚ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਵੈ ਰਸ ਖਾਏ, ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਏ। ਸੁਣ ਲਓ, ਗੱਲ ਤਾਂ ਬਣਦੀ ਹੈ ਨਾ ਜੀ ਅਸੀਂ ਅਰਥਾਂ ਨਾਲ ਜੁੜਾਂਗੇ। ਮਹਾਰਾਜ ਜਿਉਣਾ ਸਿਖਾਉਂਦੇ ਨੇ। ਆਓ ਆਪਣੀ ਵਿਚਾਰ ਤੇ, ਮਰਜ਼ੀ ਨਾਲ ਆਏ ਨਹੀਂ, ਮਰਜ਼ੀ ਨਾਲ ਜਾਣਾ ਨਹੀਂ। ਆ ਜ਼ੋਰ ਨਾ ਲਾਈਏ ਕਿ ਮੈਂ ਮਰਜ਼ੀ ਨਾਲ ਰਹਿਣਾ। ਫਿਰ ਬੰਦੇ ਦੀ ਮਨ ਕੀ ਮਨ ਹੀ ਮਾਹੇ ਰਹੀ, ਮਨ ਦੀ ਮਨ 'ਚ ਰਹਿ ਜਾਂਦੀ ਆ। ਕਿੰਨੀ ਦੁਨੀਆ ਆ ਰਹੀ ਆ, ਜਾ ਰਹੀ ਆ। ਹਰ ਇੱਕ ਬੰਦੇ ਦੀਆਂ, ਮੈਂ ਵੀ ਤੁਹਾਡੇ ਵਿੱਚ ਆ, ਬੜੀਆਂ ਆਸਾਵਾਂ ਭਾਵਨਾਵਾਂ ਹੁੰਦੀਆਂ ਨੇ। ਮੈਂ ਆਹ ਕਰਨਾ, ਮੈਂ ਉਹ ਕਰਨਾ, ਮੈਂ ਆਹ ਬਣਾਉਣਾ। ਬੜੀ ਬੰਦਾ ਫਿਊਚਰ ਪਲੈਨਿੰਗ ਕਰਦਾ, ਬੜੀ ਫਿਊਚਰ ਪਲੈਨਿੰਗ ਕਰਦਾ। ਜੇ ਤਾਂ ਗੁਰਬਾਣੀ ਵੱਲ ਵੇਖ ਲਿਆ, ਧਿਆਨ ਜੋੜ ਲਿਆ, ਫਿਰ ਤਾਂ ਸਮਝ ਆ ਜੂ ਗੱਲ ਦੁਨੀਆ ਦੀ, ਆ ਕਲਯੁਗ ਦੀ। ਨਹੀਂ ਆਉਣੀ ਨਹੀਂ। ਫਿਊਚਰ ਪਲੈਨਿੰਗ ਬੜੀ ਆ, ਆਹ ਕਰਨਾ, ਮੈਂ ਉਹ ਕਰਨਾ। ਉੱਥੇ ਫਿਰ ਮਨ ਕੀ ਮਨ ਹੀ ਮਾਹਿ ਰਹੀ, ਮਨ 'ਚ ਰਹਿ ਜਾਂਦੀ ਆ। ਨਾ ਹਰ ਭਜੇ, ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਨਾ ਰੱਬ ਨੂੰ ਕਦੇ ਜਪਣਾ ਕੀਤਾ, ਨਾ ਕਦੇ ਤੀਰਥਾਂ ਤੇ ਯਾਤਰਾ ਕੀਤੀ, ਨਾ ਕਦੇ ਸੇਵਾ ਕੀਤੀ। ਚੋਟੀ ਕਾਲ ਗਹੀ, ਇਤਨੇ ਨੂੰ ਸਮਾਂ ਆ ਗਿਆ ਜਾਣ ਦਾ ਦੁਨੀਆ ਚੋਂ। ਲਓ ਜੀ, ਫਿਰ ਕਿਆ ਤੂੰ ਖੱਟਿਆ ਕਹਾਂ ਗਵਾਇਆ, ਕਿੱਥੋਂ ਖੱਟਿਆ, ਕਿੱਥੇ ਗਵਾਉਣਾ ਕੀਤਾ। ਉਹ ਟਾਈਮ ਫਿਰ ਜ਼ਿੰਦਗੀ ਦੀ ਸਾਰੀ ਫਿਲਮ ਜਿਹੜੀ ਆ ਨਾ ਅੱਖਾਂ ਸਾਹਮਣੇ ਚੱਲੂ ਕਿ ਬੰਦੇ ਨੇ ਆਹ ਕੁਛ ਕੀਤਾ। ਭਾਈ ਚੱਕ ਤੇਰਾ ਕੀਤਾ ਹੋਇਆ, ਬਹਿ ਲੇਖਾ ਕਰ ਸਮਝਾਇਆ। ਮਨ 'ਚ ਰਹਿ ਜਾਂਦੀ ਹੈ। ਹਰ ਇੱਕ ਬੰਦੇ ਦੇ ਸਗਲ ਮਨੋਰਥ ਪੂਰੇ ਨਹੀਂ ਹੁੰਦੇ। ਕਈ ਗੱਲਾਂ ਬੰਦਾ ਮਨ 'ਚ ਲੈ ਜਾਂਦਾ, ਮਨ 'ਚ ਉਹਨਾਂ ਨੂੰ ਪੂਰੀ ਨਹੀਂ ਕਰ ਸਕਦਾ। ਦੌੜ ਹੈ ਜ਼ਿੰਦਗੀ ਦੀ, ਸਭ ਦੀ, ਮੇਰੀ ਵੀ, ਤੁਹਾਡੀ, ਸਭ ਦੀ ਲੱਗੀ ਹੋਈ ਆ। ਭੱਜ ਨੱਠ ਅਸੀਂ ਕਰ ਰਹੇ ਹਾਂ। ਤੜਕੀ ਸ਼ੁਰੂ ਹੋ ਜਾਂਦਾ ਜੀਵਨ, ਨਹਾ ਧੋ ਕੇ ਤਿਆਰ ਹੋ ਕੇ ਚੱਲ ਪਈ ਕੰਮ ਤੇ, ਕਰਦਾ ਰਹਿੰਦਾ। ਉਹ ਦਿਨ ਦੇ ਵਿੱਚ ਦੀ ਨਿੰਦਿਆ, ਚੁਗਲੀ, ਮਾੜਾ ਚੰਗਾ ਬੜਾ ਕੁਛ ਹੁੰਦਾ। ਆ ਕੇ ਫੇਰ ਰੋਟੀ ਪਾਣੀ ਖਾ ਕੇ ਰੱਜ ਕੇ ਸੌਂ ਜਾਂਦਾ। ਫੇਰ ਸੌਂ ਤੋਂ ਬਾਅਦ ਸਵੇਰ ਹੁੰਦੀ ਹੈ, ਫੇਰ ਤੁਰ ਪੈਂਦਾ ਹੈ, ਫੇਰ ਕੰਮ ਧੰਦਿਆਂ ਵਿੱਚ ਲੱਗ ਜਾਂਦਾ ਹੈ। ਦਿਨ ਵਿੱਚ ਦੀ ਮਾੜਾ ਵੀ ਕਰਨਾ, ਸੋਚਣਾ, ਚੰਗਾ ਵੀ। ਨਿੱਕੀ ਜਿਹੀ ਜ਼ਿੰਦਗੀ ਆ। ਇੱਕ ਦਿਨ ਉਹ ਸਮਾਂ ਆਉਣਾ ਜਿਸ ਦਿਨ ਆ ਜੀਵਨ ਖਤਮ ਹੋ ਜਾਊਗਾ। ਘਰ ਦੇ ਹੀਰੋ ਆ, ਨਾਇਕਾਂ ਸੀ, ਘਰ ਦੇ ਮਾਲਕਾਂ, ਮੁਖੀਆਂ ਬਣਾ ਰਹੇ ਆ ਘਰ, ਦਿਨ ਰਾਤ ਮਿਹਨਤ ਕਰਕੇ। ਫਿਰ ਗੁਰਮੁਖੋ, ਫਿਰ ਇੱਕ ਦਿਨ ਉਹ ਵੀ ਆ ਜਾਂਦਾ ਹੈ ਕਿ ਭਾਈ ਰੇ ਬੋਰੇ ਤੋਹ ਘੜੀ ਨਾ ਰੱਖੇ ਕੋਈ। ਕਿਸੇ ਨੇ ਇੱਕ ਘੜੀ ਨਹੀਂ ਰੱਖਣਾ। ਫਿਰ ਵੀ ਮੈਂ ਮੇਰੀ ਕਰਦਾ, ਬੜੇ ਫਿਊਚਰ ਪਲੈਨਿੰਗ ਦੇ ਫੁਰਨੇ ਨੇ ਮੇਰੇ ਅੰਦਰ। ਘੱਟ ਫੁੱਟ ਹੈ, ਕੋਈ ਬਾਤ ਨਾ ਪੁੱਛੈ, ਕਾਢੋ ਹੋਈ। ਜਿਸ ਦਿਨ ਆ ਸਰੀਰ ਰੂਪੀ ਘੜਾ ਫੁੱਟ ਗਿਆ, ਉਹਦੀ ਕਹਿ ਦੇਣਾ ਘਰਦਿਆਂ ਨੇ, ਚੱਕ ਲੋ, ਲੈ ਚੱਲੋ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ,
ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਸਾੜਤ, ਕੋ ਨ ਆਵਤ ਨੇਰੈ। ਇਹ ਵਿਦ ਕੋ ਵਿਹਾਰ ਬਨਿਓ ਹੋ, ਜਾਂ ਸੋ ਨਿਉ ਲਗਾਇਓ, ਅੰਤ ਵਾਰ ਨਾਨਕ ਬਿਨ ਹਰਿ ਜੀ, ਕੋ ਕਾਮਨਾ ਆਇਓ। ਉੱਥੇ ਫਿਰ ਜਿਨ੍ਹਾਂ ਨਾਲ ਪਿਆਰ ਹੁੰਦਾ, ਘਰ ਕੀ ਨਾਰ ਬਹੁਤ ਹਿਤ ਜਾ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਿਨ੍ਹਾਂ ਨਾਲ ਸਨੇਹ ਹੁੰਦਾ ਭੱਜ ਜਾਂਦੇ ਨੇ ਵੀ ਪ੍ਰੇਤ। ਸਰੀਰ ਤਾਂ ਉਹੀ ਹੁੰਦਾ, ਸਿਰਫ ਬੰਦੇ ਦਾ ਬੋਲਣਾ ਚੱਲਣਾ ਸਾਹ ਆਉਣਾ ਜਾਣਾ ਬੰਦ ਹੁੰਦਾ, ਸਿਰਫ ਬੰਦ ਹੋ ਗਿਆ, ਮਰ ਗਿਆ। ਫਿਰ ਆ ਜਿਉਂਦੇ ਤੇ ਕੋਈ ਡਰਦਾ ਨਹੀਂ, ਜਦੋਂ ਬੰਦਾ ਮਰ ਜਾਂਦਾ ਸਾਹ ਨਿਕਲ ਜਾਂਦੇ ਨੇ ਉਦੋਂ ਡਰਨ ਲੱਗ ਜਾਂਦੇ ਨੇ, ਜਦ ਵਿੱਚ ਕੁਛ ਉਹਦੇ ਹੈ ਹੀ ਨਹੀਂ। ਮੈਂ ਵੀ ਵਿੱਚ ਆ ਤੁਹਾਡੇ, ਜਦ ਕੁਛ ਹੁੰਦੀ ਹੀ ਨਹੀਂ ਬੰਦੇ ਦੇ ਅੰਦਰ, ਮਿੱਟੀ ਹੈ, ਕੁਛ ਵੀ ਨਹੀਂ। ਉਹ ਤੋਂ ਮੁਰਦੇ ਤੋਂ ਲੋਕ ਡਰਨ ਲੱਗ ਜਾਂਦੇ ਆ। ਕਈ ਤਾਂ ਨੇੜੇ ਜੇ ਵੀ ਨਹੀਂ ਜਾਂਦੇ, ਹੱਥ ਵੀ ਨਹੀਂ ਲਾਉਂਦੇ, ਦੇਖਣਾ ਵੀ ਨਹੀਂ ਪਸੰਦ ਕਰਦੇ, ਪਿੱਛੇ ਦੇਖ ਕੇ ਮਰੇ ਹੋਏ ਨੂੰ ਮੂੰਹ। ਭਾਵ ਜਿਨ੍ਹਾਂ ਨਾਲ ਸਨੇਹ ਆ, ਭੂੰਦ ਭੂੰਦ ਪ੍ਰੇਤ ਪ੍ਰੇਤ ਕਰਕੇ ਭੱਜ ਜਾਂਦੇ ਆ। ਡਰ ਲੱਗਦਾ ਜੀ। ਫਿਰ ਆਪਣਾ ਜੋ ਦੌੜ ਹੈ ਨਾ ਜੀਵਨ ਦੀ ਕਰ ਰਿਹਾ ਬੰਦਾ। ਅੱਜ ਮੈਂ ਵੇਖ ਰਿਹਾ ਦੁਨੀਆ, ਹੁਣ ਧੁੱਪ ਚੜੀ ਆ, ਦੁਪਹਿਰ ਹੈ, ਇੰਨੇ ਲੋਕ ਆ ਰਹੇ ਨੇ, ਕਿਹੜਾ ਕੀ ਕਰਦਾ, ਕਿਹੜਾ ਕੀ ਕਰਦਾ, ਸਭ ਦਿਖਦਾ ਮੈਨੂੰ। ਅੱਜ ਦਾ ਦਿਨ ਮੈਂ ਦੇਖ ਲਿਆ, ਪਰ ਯਾਦ ਮੈਂ ਇਹ ਵੀ ਰੱਖਾਂ, ਇੱਕ ਦਿਨ ਉਹ ਵੀ ਆਉਣਾ ਜਿਹੜਾ ਦਿਨ ਮੈਂ ਨਹੀਂ ਦੇਖਣਾ। ਸੱਚ ਹੈ, ਕੋਈ ਨਾ ਕੋਈ ਐਸਾ ਦਿਨ ਚੜ੍ਹਨਾ ਹੈ ਜਿਹੜਾ ਮੈਂ ਨਹੀਂ ਦੇਖਣਾ। ਸਿੱਧੀ ਜੀ ਗੱਲ ਆ। ਭਾਈ ਮਿੱਠੂ ਸਿੰਘ ਦਾ ਵੀ ਆ ਹੁਣ ਚੜ੍ਹੇ ਹੋਏ ਨੇ ਦਿਨ, ਉਹ ਤਾਂ ਨਹੀਂ ਦੇਖ ਰਹੇ, ਉਹਨਾਂ ਦੀ ਸਿਰਫ ਫੋਟੋ ਹੈ, ਤਸਵੀਰ ਹੈ। ਅਰਦਾਸ ਉਹਨਾਂ ਦੇ ਨਿਮਰਤ ਕਰਨੀ, ਆਪਾਂ ਸਾਰੇ ਆਪਾਂ ਉਹਨਾਂ ਦੇ ਨਿਮਰਤ ਇਕੱਠੇ ਹੋ ਰਹੇ ਹਾਂ। ਗੁਰਬਾਣੀ ਦੀ ਵਿਚਾਰ ਬਾਪੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਿਉਣਾ ਸਿਖਾਉਂਦੇ ਆ। ਬੰਦਿਆ ਤੈਨੂੰ ਜਿਉਣਾ ਆ ਜਾਏ, ਆ ਸੰਸਾਰ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ। ਆ ਸੰਸਾਰ ਤੋਂ ਉਵੇਂ ਹੀ ਚੱਲ ਰਿਹਾ, ਬੰਦਾ ਚੱਲ ਜਾਂਦਾ ਮੁੱਕ ਜਾਂਦਾ। ਭਾਈ ਮਿੱਠੂ ਸਿੰਘ ਦੇ ਨਿਮਰਤ ਇਕੱਠੇ ਹੋ ਰਹੇ ਆ, ਸਮਾਗਮ ਉਹਨਾਂ ਦੇ ਨਿਮਰਤ ਹੈ, ਫੋਟੋ ਵੀ ਪਈ ਆ, ਨਾਮ ਵੀ ਆਪਾਂ ਉਹਨਾਂ ਦਾ ਲੈ ਰਹੇ ਆ, ਅਰਦਾਸ ਵੀ ਭਾਈ ਮਿੱਠੂ ਸਿੰਘ ਦੇ ਨਾਮ ਦੀ ਕਰਨੀ ਆ। ਜਿਹਦੇ ਨਾਮ ਦੀ ਅਰਦਾਸ ਹੈ, ਜਿਹਦੇ ਨਾਮ ਦਾ ਪ੍ਰੋਗਰਾਮ ਹੈ, ਜਿਹਦੇ ਨਾਂ ਤੇ ਲੰਗਰ ਪ੍ਰਸ਼ਾਦਾ ਬਣਿਆ ਵਾ, ਇਕੱਠੇ ਹੋ ਰਹੇ ਆ, ਉਹ ਹੈ ਹੀ ਨਹੀਂ ਇੱਥੇ, ਉਹਦੀ ਗੈਰ ਹਾਜ਼ਰੀ ਆ। ਮੇਰਾ ਵੀ ਇੱਕ ਦਿਨ ਏਦਾਂ ਹੀ ਆਊ, ਮੇਰੀ ਸਿਰਫ ਫੋਟੋ ਹੋਣੀ ਆ, ਪਤਾ ਨਹੀਂ ਉਹ ਕੀ ਹੋਣਾ, ਪਰ ਗੁਰਮੁਖੋ ਆਪਣੀ ਗੈਰ ਹਾਜ਼ਰ ਹੋਈ ਸਭ ਦੀ। ਭਾਵ ਭੱਜ ਨੱਠ ਕਰਦਾ ਬੰਦਾ, ਦੌੜਾ, ਇੱਕ ਦਿਨ ਅਖੀਰੀ ਵੀ ਆਉਣਾ। ਫਿਰ ਆਹੀ ਸੋਚ ਕੇ ਬੰਦਾ ਤੁਰੇ ਵੀ ਕਾਹਦੇ ਵਾਸਤੇ ਐਵੇਂ ਪਾਪਾਂ 'ਚ ਜ਼ਿੰਦਗੀ ਲੰਘਾਉਣੀ ਆ, ਮਾੜੇ ਕਰਮਾਂ 'ਚ ਸਮਾਂ ਖਰਾਬ ਕਰਨਾ, ਕਾਹਦੇ ਵਾਸਤੇ। ਰੱਬ ਰੱਬ ਕਰ ਲਾ, ਮੈਂ ਮਨ ਦੀਆਂ ਮਨ 'ਚ ਰਹਿ ਜਾਂਦੀਆਂ ਨੇ, ਕੁਛ ਨਹੀਂ ਨਾਲ ਜਾਂਦਾ ਜੀ। ਇੱਕ ਜਾਣਗੇ ਸਾਡੇ ਕੀਤੇ ਹੋਏ ਕਰਮ, ਜਿਹੜੇ ਨੇ ਕਰਮ ਆਏ ਨੇ ਨਾਲ, ਚੰਗੇ ਮਾੜੇ, ਤੇ ਕਰਮ ਹੀ ਜਾਣਗੇ ਨਾਲ ਚੰਗੇ ਮਾੜੇ। ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਆਵੇ ਕੰਮ। ਜਿਹੜੇ ਚੰਗੇ ਅਮਲ ਕਮਾਵਾਂਗੇ ਨਾ ਦੁਨੀਆ 'ਚ ਰਹਿ ਕੇ, ਉਹ ਦਰਗਾਹ 'ਚ ਕੰਮ ਆਉਣਗੇ। ਪ੍ਰੇਮੀਓ, ਚੰਗਾ ਕਰ ਲਈਏ। ਜਿਹੜਾ ਘਰ ਮੈਂ ਫਿਰ ਭੱਜ ਨੱਠ ਕਰਕੇ ਬਣਾਉਣਾ ਨਾ ਦਿਨ ਰਾਤ, ਕਈ ਵਾਰ ਲੰਘੀ ਦਾ ਨਾ ਮਹਿਲ ਮਾੜੀਆਂ ਕੋਲ ਦੀ ਬਣਾਈਆਂ ਨੇ, ਸਭ ਨੇ, ਆਪਾਂ ਬਣਾ ਰਹੇ ਆਪਾਂ ਦਿਨ ਰਾਤ ਇੱਕ ਕਰਕੇ। ਬੜਾ ਮੈਂ ਫਰਸ਼ ਲਾਉਣਾ, ਬੜੀਆਂ ਫਰੂਟ ਟੈਲਾਂ ਲਾਉਂਦਾ ਬੰਦਾ, ਬੜਾ ਰੰਗ ਰੋਗਨ, ਮਹਿੰਗੀਆਂ ਚੀਜ਼ਾਂ, ਲੱਖਾਂ ਰੁਪਏ ਦੀ ਲੱਕੜ ਘਰਾਂ ਤੇ ਚੇਪਦਾ। ਕਰਦੇ ਆ ਨਾ ਜੀ ਸਾਰੇ, ਸੱਚ ਹੈ। ਪਰ ਇਹ ਨਹੀਂ ਵੀ ਨਾ ਕਰੋ, ਨਿਚੋੜ ਵੇਖੋ ਕੀ ਆ, ਕਰਦੇ ਆ। ਇੱਕ ਦਿਨ ਉਹ ਵੀ ਆਉਣਾ, ਉਹੀ ਘਰ ਜਿਹੜਾ ਮੈਂ ਲੱਖਾਂ ਰੁਪਈਆ ਲਾ ਕੇ ਬਣਾਇਆ, ਲੱਖਾਂ ਦੀਆਂ ਗੱਡੀਆਂ ਖੜੀਆਂ ਨੇ, ਬੜਾ ਪੱਥਰ ਸੰਗਮਰਮਰ ਲਾਇਆ, ਬੜਾ ਮਹਿੰਗਾ ਰੰਗ ਰੋਗਨ ਕੀਤਾ, ਉਹੀ ਘਰ
ਜਿਹਨੂੰ ਮੈਂ ਵੇਖ ਵੇਖ ਕੇ ਜਿਉਣਾ ਖੁਸ਼ ਹੁੰਨਾ। ਗੁਰਮੁਖੋ ਕਾਢੋ ਕਾਢੋ ਹੋਈ। ਉਸੇ ਘਰ ਦੇ ਵਿੱਚ ਇੱਕ ਦਿਨ ਬੰਦੇ ਦੀ ਮੇਰੀ ਸਭ ਦੀ ਆਪਣੀ ਲਾਸ਼ ਵੀ ਪਈ ਹੋਣੀ ਆ। ਸੱਚ ਹੈ। ਆਪਣਾ ਆਦ ਵੇਖੋ, ਆਪਣਾ ਅੰਤ ਵੇਖੋ। ਸਮਝੋ ਗੁਰਬਾਣੀ ਚੋਂ ਜਿਸ ਦਿਨ ਜੰਮੇ ਆਏ, ਕਿਸੇ ਨੇ ਨਲਾਏ, ਕਿਸੇ ਭੈਣ ਨੇ, ਕਿਸੇ ਮਾਂ ਨੇ ਕੱਛੀ ਝੱਗਾ ਪਾਇਆ ਹੋਏਗਾ ਆਪਣੇ ਜਦੋਂ ਜਨਮ ਲਿਆ। ਆਪਾਂ ਬੱਚੇ ਹੁਣ ਸਭ ਦੇ ਜਨਮ ਲੈ ਰਹੇ ਆ। ਸੱਚਾਈ ਕੀ ਹੈ? ਕਿਸੇ ਨੇ ਨਲਾਏ, ਕਿਸੇ ਨੇ ਕੱਪੜੇ ਪਾਏ। ਤੇ ਜਿਸ ਦਿਨ ਮਰਾਂਗੇ ਜਾਣਾ ਉਹਦੇ ਬੰਦਾ ਸਾਬਣ ਆਪ ਨਹੀਂ ਮਲਦਾ। ਕਈ ਵਾਰ ਸੋਚੀਦਾ ਨਹਾਉਂਦੇ ਵੀ ਅੱਜ ਟੂਟੀ ਮੈਂ ਆਪ ਛੱਡੀ ਆ, ਆਪ ਮੈਂ ਆਪਣਾ ਪਾਣੀ ਚੱਕ ਕੇ ਪਿੰਡੇ ਦੇ ਪਾਉਣਾ, ਆਪ ਅੱਜ ਮੈਂ ਤੌਲੀਆ ਚੱਕ ਕੇ ਆਪਣਾ ਪਿੰਡਾ ਪੂਜਦਾ, ਆਪ ਕੱਪੜੇ ਪਾਉਣਾ, ਆਪ ਮੈਂ ਦਸਤਾਰ ਸਜਾਉਣਾ। ਸੋਚੀਦਾ ਕਈ ਵਾਰ। ਪਰ ਇੱਕ ਦਿਨ ਉਹ ਆਉਣਾ, ਉਸ ਦਿਨ ਮੈਂ ਟੂਟੀ ਆਪ ਨਹੀਂ ਖੋਲਣੀ, ਉਦੋਂ ਵੀ ਚਾਰ ਭਾਈ ਚੱਕ ਕੇ ਨਲਾਉਣਗੇ। ਸੱਚ ਹੈ ਨਾ ਜੀ? ਕਿ ਬੰਦਾ ਆਪ ਸਾਬਣ ਲਾਊ, ਕੋਟ ਪੈਂਟ ਆਪ ਪਾਊਗਾ। ਆਪਣਾ ਆਦ ਵੇਖੋ, ਆਪਣਾ ਅੰਤ ਵੇਖੋ। ਫਿਰ ਵਿਚਾਲੇ ਬੰਦਾ ਐਵੇਂ ਮੈਂ ਮੇਰੀ ਦੀ ਡਾਂਗ ਚੱਕੀ ਫਿਰਦਾ। ਸਾਡਾ ਜਨਮ ਨਹੀਂ ਸਾਡੇ ਹੱਥ 'ਚ, ਸਾਡਾ ਮਰਨ ਨਹੀਂ ਸਾਡੇ ਹੱਥ 'ਚ। ਆਹ ਵਿਚਾਲੀ ਜ਼ਿੰਦਗੀ ਕਾਹਦੇ ਵਾਸਤੇ ਬੰਦਾ ਮੈਂ ਮੇਰੀ 'ਚ ਖਰਾਬ ਕਰਦਾ? ਬੜਾ ਔਖਾ ਜੀ ਸਮਝ ਆਉਣਾ। ਕਲਯੁਗ ਬੜਾ ਬਲੀ ਆ। ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਕਿਸੇ ਨੇ ਨਲਾਏ, ਅੰਤ ਵੇਲੇ ਵੀ ਕੋਈ ਹੋਰੇ ਨੇ ਟੰਗਣੀਆਂ ਨੇ ਕੁੰਡੀਆਂ, ਹੋਰ ਨੇ ਤੋਰਨਾ। ਸਾਢੇ ਤ੍ਰਮਣ ਦੇਹੋਰੀ ਚੱਲੇ ਪਾਣੀ ਅੰਨ। ਅੰਨ ਪਾਣੀ ਦੇ ਜ਼ੋਰ ਦੇ ਨਾਲ ਸਰੀਰ ਸਾਡਾ ਤੁਰਦਾ, ਚੱਲਦਾ ਫਿਰਦਾ ਹੈ ਨਾ ਜੀ। ਤਾਕਤ ਹੈ ਸਰੀਰ ਦੇ ਵਿੱਚ। ਆਇਓ ਬੰਦਾ ਦੁਨੀਆ ਵਿੱਚ ਬੱਤ ਅਸੂਣੀ ਬੰਨ। ਨਿੱਕੀ ਜੀ ਆਸ ਲੈ ਕੇ ਆਉਂਦਾ ਬੰਦਾ, ਨਿੱਕੀ ਜੀ ਮਨ 'ਚ। ਪਰ ਉਹ ਮਨ ਦੀ ਪਹਿਲਾਂ ਵਿਚਾਰਿਆ, ਮਨ ਕੀ ਮਨ ਹੀ ਮਾਹੀ ਰਹੀ। ਮਨ ਦੀ ਮਨ 'ਚ ਰਹਿ ਜਾਂਦੀ ਆ। ਉਸ ਹਰ ਇੱਕ ਬੰਦੇ ਦੇ ਸਗਲ ਮਨੋਰਥ ਪੂਰੇ ਨਹੀਂ ਜੀ ਹੁੰਦੇ। ਕਈ ਬੰਦਾ ਅੰਦਰੇ ਬੜੇ ਵਿਚਾਰ, ਭਾਵਨਾਵਾਂ, ਆਸਾਵਾਂ ਜਿਹੜੀਆਂ ਨੇ ਦੱਬ ਕੇ ਲੈ ਜਾਂਦਾ। ਕਈਆਂ ਦੀ ਉਮਰ ਨਹੀਂ ਹੁੰਦੀ ਜਾਣ ਦੀ। ਇਹ ਆਪਣੀਆਂ ਵਿਚਾਰਾਂ ਨੇ, ਦੁਨੀਆਦਾਰ ਲੋਕਾਂ ਦੀਆਂ, ਆਪਾਂ ਸੋਚਦੇ ਆ। ਪਰ ਇਹ ਹਰ ਫਰਮਾਨ ਦਰਗੇ ਕਾ ਆਇਆ, ਉਹਦਾ ਫਰਮਾਨ ਹੈ ਜੀ। ਅਧਿਆਤਮਿਕ ਤੌਰ ਤੇ ਸੋਚਾਂਗੇ, ਤੁਰਾਂਗੇ, ਚੱਲਾਂਗੇ, ਮਰਨ ਤੋਂ ਡਰ ਨਹੀਂ ਲੱਗਣਾ। ਰੱਬ ਰੱਬ ਕਰਨਾ ਸ਼ੁਰੂ ਕਰ ਦਾਂਗੇ। ਜੇ ਦੁਨਿਆਵੀ ਤੌਰ ਤੇ ਸੋਚਦੇ ਆ, ਕਲਯੁਗੀ ਸੋਚ ਹੈ, ਤਾਂ ਗੁਰੂ ਦੀ ਬਾਣੀ ਚੰਗੀ ਨਹੀਂ। ਤਾਂ ਹੀ ਤਾਂ ਅੰਦਰ ਨਹੀਂ ਬਹਿੰਦੇ ਲੋਕ। ਇਹ ਨਹੀਂ ਸੋਚਦੇ ਸੱਜਣਾ, ਆਹ ਜਿਹੜਾ ਨਾ ਸਮਾਂ, ਬਾਣੀ ਕਹਿੰਦੀ ਹੈ ਜੀ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਹਿ ਸੋ ਮੇਲ। ਕਰ ਕਰ ਇਹੋ ਪਹੁੰਚਾ, ਘਰ ਘਰ ਇਹੋ ਪਹੁੰਚਾ। ਘਰ ਘਰ ਦੇ ਵਿੱਚ ਆ ਸੁਨੇਹਾ ਆਏਗਾ। ਭਾਈ ਮਿੱਠੂ ਸਿੰਘ ਦਾ ਸੁਨੇਹਾ ਆ ਗਿਆ, ਮੇਰਾ ਵੀ ਆਊ। ਸਦੜੇ ਨਿਤ ਪਵੰਨ। ਇੱਕ ਦਿਨ ਉਹਨੇ ਸੱਦਣਾ, ਆਊਗਾ ਉਹ ਟਾਈਮ, ਦਿਨ ਆਉਣਾ। ਪਰ ਉਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਜਿਹੜਾ ਗਵਾਂਢੀ ਦੇ ਹੋ ਰਿਹਾ ਨਾ ਹੋਇਆ, ਆਪਣੀ ਵੀ ਮੰਨੀ। ਇਹ ਸੱਚ ਹੈ ਜੀ। ਘਰ ਘਰ ਦੇ ਵਿੱਚ ਨਵੇਂ ਬੱਚਿਆਂ ਦਾ ਜਨਮ ਹੋ ਰਿਹਾ। ਜੇ ਨਵੇਂ ਜੰਮ ਰਹੇ ਆ, ਜਿਹੜੇ ਪੁਰਾਣੇ ਨੇ ਉਹ ਤੁਰ ਵੀ ਰਹੇ ਨੇ। ਘਰ ਘਰ ਦੇ ਵਿੱਚ ਸੱਥਰ ਵਿਸਣੇ ਨੇ। ਸੱਚ ਹੈ ਇਹਦੇ ਵਿੱਚ। ਦੁਖੀ ਹੋਣ ਵਾਲੀ ਗੱਲ ਕੀ ਆ? ਬਾਣੀ ਕਹਿੰਦੀ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਅਧਿਆਤਮਿਕ ਗਿਆਨ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ। ਗੁਰ ਸਿੱਖੋ ਗੁਰਬਾਣੀ ਬਣੀ ਹੈ। ਗੁਰੂ ਦੀ ਬਾਣੀ ਸੱਚ ਹੈ, ਸੱਚ ਦੱਸਦੀ ਆ। ਪਰ ਗੱਲ ਉੱਥੀ ਆ ਨਾ ਜੀ, ਜੇ ਸੋਚ ਗੁਰਬਾਣੀ ਵਰਗੀ ਬਣੂ ਤਾਂ ਸਮਝ ਆਊ। ਹੁਣ ਜਦ ਸੋਚੇ ਕਲਯੁਗੀ ਆ, ਕਿਆ ਸਮਝ ਆਊ ਬੰਦੇ ਨੂੰ? ਜਦ ਸੋਚੀ ਨਹੀਂ ਕਦੇ ਵੀ ਇੱਕ ਦਿਨ ਮਰਨਾ ਵੀ ਆ। ਤੇ ਜਿਹਨੂੰ ਮੌਤ ਯਾਦ ਆ ਉਹਨੂੰ ਰੱਬ ਯਾਦ ਹੈ ਭਾਈ। ਤੇ ਜਿਹਨੂੰ ਰੱਬ ਯਾਦ ਆ ਉਹਨੂੰ ਮੌਤ ਯਾਦ ਹੈ। ਫਿਰ ਮਰਨਾ ਦੁਖੀ ਨਹੀਂ ਹੋਏਗਾ ਬੰਦਾ।
ਜਦੋਂ ਮੌਤ ਆਉਣੀ ਆ ਦੁਖੀ ਨਹੀਂ ਹੋਏਗਾ, ਮੌਤ ਤੋਂ ਡਰੇਗਾ ਨਹੀਂ। ਇਹ ਤਾਂ ਸਭ ਨੂੰ। ਕਬੀਰ ਸਾਹਿਬ ਜੀ ਕਹਿੰਦੇ ਨੇ ਜੀ, ਜੈ ਮਰਨੇ ਤੇ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾ ਆਨੰਦ। ਆ ਕਹਿੰਦੇ ਜਿਹੜੇ ਮਰਨ ਤੋਂ, ਮੌਤ ਤੋਂ ਸਾਰਾ ਜਗ ਦੁਨੀਆ ਡਰਦੀ ਹੈ, ਮੇਰੇ ਆਨੰਦ ਹੈ ਵੀ ਇੱਕ ਦਿਨ ਤਾਂ ਆਉਣੀ ਆ। ਸਰੀਰਕ ਮੌਤ ਦਾ ਕੀ ਹੈ, ਇੱਕ ਦਿਨ ਤਾਂ ਮਰਨਾ ਦਾ ਸੱਚ ਹੈ, ਪਰ ਇਹ ਨਾ ਹੋਵੇ ਕਿ ਮਨ ਦੀਆਂ ਮਨ 'ਚ ਰਹਿ ਜਾਣ। ਐਨੇ ਫੁਰਨੇ ਨਾ ਬੰਦਾ ਅੰਦਰ ਧਾਰਨ ਕਰੇ, ਰੱਬ ਵੱਲ ਵੀ ਜੁੜ ਜਾਏ। ਉਥੇ ਮਨ ਦੀਆਂ ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬਨ। ਤੇ ਮਨ 'ਚ ਹੁੰਦੀਆਂ ਨੇ ਗੱਲਾਂ ਵਿਚਾਰਾਂ ਕਈ, ਫਿਰ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਮੌਤ ਜਿਹੜੀ ਆ ਉਹ ਅਜਰਾਇਲ ਫਰਿਸ਼ਤਾ, ਜਿਹੜਾ ਮੌਤ ਰੂਪੀ ਫਰਿਸ਼ਤਾ ਆ ਜਾਂਦਾ ਸਾਰੇ ਦਰਵਾਜ਼ੇ ਭੰਨ ਕੇ, ਜਿੱਥੇ ਮਰਜੀ ਮੈਂ ਲੁਕ ਜਾ। ਕਈਆਂ ਨੇ ਸੀਸ ਮਹਿਲ ਬਣਾ ਲਿਆ, ਸ਼ੀਸ਼ੇ ਦਾ ਮਹਿਲ, ਉੱਥੇ ਵੀ ਪਹੁੰਚ ਗਿਆ ਤਿੱਖੀ ਨਾਗ। ਫੁੱਲ ਦੇ ਵਿੱਚ ਜਾ ਕਰਕੇ, ਮਾਲਣ ਦੇ ਹੱਥਾਂ ਦੇ ਵਿੱਚ ਜਾ ਗਿਆ, ਉਹ ਫੁੱਲਾਂ ਤੇ ਮੱਥਾ ਟੇਕਿਆ, ਵਿੱਚੇ ਬੈਠਿਆ ਸੀ ਉਹ ਤਿੱਖੀ ਨਾਗ ਜਿਹੜਾ ਸੀਗਾ। ਮੱਥੇ 'ਚ ਮਾਰਿਆ ਡੰਗ, ਗਿਆ ਸਕਿੰਟਾਂ 'ਚ, ਪਤਾ ਲੱਗ ਗਿਆ ਸੀ ਕਿ ਮੇਰੀ ਮੌਤ ਆਉਣੀ ਹੈ। ਤੇ ਗੁਰਮੁਖੋ ਬਹਾਨਾ ਕੋਈ ਵੀ ਬਣੇ, ਕਹਿੰਦੇ ਵੀ ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ ਅੱਗੀ ਹੈ। ਜਿੱਥੇ ਮਰਜੀ ਭੱਜ ਲਈਏ ਸੋਧ ਨੇ ਆਵਣ ਲੱਗਾ। ਮੌਤ ਜਿਹੜੀ ਆ ਨਾ, ਮੌਤ ਇਹ ਨਹੀਂ ਕਿ ਉਹ ਸਾਡੇ ਵੱਲ ਨੂੰ ਭੱਜੀ ਆਉਂਦੀ ਆ, ਉਹ ਤਾਂ ਆਪਦੇ ਆਨੰਦ 'ਚ ਹੈ, ਟੌਰ ਨਾਲ ਹੈ। ਸਾਡਾ ਅਖੀਰ ਜਿਹੜਾ ਆਖਰੀ ਸਮਾਂ, ਸਾਡੇ ਕਦਮ ਜਿਹੜੇ ਨਾ, ਕਦਮ ਸਾਡੀ ਜ਼ਿੰਦਗੀ ਮਿੰਟ ਸਕਿੰਟ, ਉਹ ਮੌਤ ਜਿੱਥੇ ਖੜੀ ਆ ਉਹਦੇ ਵੱਲ ਨੂੰ ਵੱਧਦੀ ਜਾਂਦੀ ਹੈ। ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਅੱਗਾ ਜਿਹੜਾ ਸਾਡਾ ਨੇੜੇ ਆ ਗਿਆ, ਸੋਧ ਨੇ ਆਵਣ ਲੱਗਾ। ਆਖਰੀ ਜਿਹੜਾ ਸਮਾਂ ਨਾ ਜੀ, ਆਖਰੀ ਉਹ ਆ ਰਿਹਾ ਨੇੜੇ। ਆਖਰੀ ਦਿਨ ਜਿਹੜਾ ਮੇਰੀ ਜ਼ਿੰਦਗੀ ਦਾ, ਤੁਹਾਡੀ ਜ਼ਿੰਦਗੀ ਦਾ ਕਿੰਨੀ ਕੁ ਦੂਰ ਹੈ, ਇਹ ਰੱਬ ਜਾਣਦਾ। ਕਿੱਥੇ ਕਾ ਪਤਾ ਨਹੀਂ, ਕਿਹੜੇ ਮੋੜ ਤੇ ਕਿੱਦਾਂ ਕਿਵੇਂ ਕਿੱਥੇ ਕੀ ਹੋ ਜਾਏ, ਕੋਈ ਭਰੋਸਾ ਨਹੀਂ। ਆ ਹੁਣ ਪਿੱਛੇ ਆ ਵੀਰ ਦੀਪ ਸੁੱਧੀ ਨੇ ਚੜ੍ਹਾਈ ਕਰ ਗਿਆ, ਬਹਾਨਾ ਜੋ ਵੀ ਬਣਿਆ, ਮਾਰਿਆ ਜਾਂ ਮਰਿਆ, ਐਕਸੀਡੈਂਟ ਜੋ ਵੀ ਹੋਇਆ, ਦੀਪ ਸਿੱਧੂ ਸਭ ਜਾਣਦੇ ਆ, ਨੈਟ ਤੇ ਘੁੰਮ ਰਹੀ ਆ ਫੋਟੋ ਤਸਵੀਰ, ਉਹਦੀਆਂ ਸਪੀਚਾਂ। ਭਾਵ ਪਤਾ ਸੀ ਉਹਨੂੰ, ਬੇਸ਼ੱਕ ਚਲੋ ਕਹਿੰਦਾ ਸੀ ਵੀ ਮੇਰੇ ਪਿੱਛੇ ਬੰਦੇ ਲਾ ਤੇ ਨਾ ਲਾ, ਤੇ ਗੱਲ ਤਾਂ ਵੀ ਕਿੱਥੇ ਕਿਵੇਂ ਕਿਹੜੀ ਜਗ੍ਹਾ ਜਾ ਕੇ ਮੌਤ ਆਈ ਆ, ਖੁਦਾ ਜਾਣਦਾ, ਰੱਬ ਜਾਣਦਾ। ਲੈ ਜਾਂਦੀ ਆ ਹੋਣੀ ਬੰਦੇ ਨੂੰ ਖਿੱਚ ਕੇ ਉੱਥੇ। ਤੇ ਗੁਰਮੁਖੋ ਚਿੰਤਾ ਤਾਕੀ ਕੀਜੀ ਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ। ਆ ਮਾਰਗ ਜਿਹੜਾ ਸੰਸਾਰ ਦਾ, ਵਾਰੀ ਵਾਰੀ ਅਸੀਂ ਸਭ ਨੇ ਲੰਘ ਜਾਣਾ। ਆ ਇੰਨੀ ਲੋਇਣ ਦੇਖਦਿਆਂ ਕੀਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਅੱਖਾਂ ਦੇ ਨਾਲ ਵੇਂਦਿਆਂ ਵੇਂਦਿਆਂ ਨਾ ਬਹੁਤ ਦੁਨੀਆ ਤੁਰ ਗਈ ਜੀ। ਹੁਣ ਬਹੁਤ ਦੀਆਂ ਅਰਦਾਸਾਂ ਮੈਂ ਕਰ ਦਿੱਤੀਆਂ ਨੇ, ਕਥਾ ਕੀਰਤਨ ਪਤੀ ਨੇ ਵੀ ਕਿੰਨਿਆਂ ਕਦੇ ਕਰ ਦਿੱਤੇ ਨੇ, ਕਿੰਨਿਆਂ ਕਦੇ ਭੋਗ ਤੇ ਗਏ ਆ ਸਾਰੇ ਆਪਾਂ। ਉਹ ਵੀ ਗਏ ਹੋਣਗੇ ਕਿਸੇ ਦੇ, ਜਿਹੜੇ ਤੁਰ ਗਏ ਜਿਨ੍ਹਾਂ ਦੇ ਆਪਾਂ ਗਏ ਆ। ਆਪਾਂ ਭਾਈ ਸਾਹਿਬ ਦੇ, ਮਿੱਠੂ ਸਿੰਘ ਦੇ ਨਿਮਰਤ ਕਰਨੀ ਅਰਦਾਸ, ਇੱਕ ਦਿਨ ਉਹ ਵੀ ਆ ਜਾਣਾ, ਮੇਰੇ ਵਾਲੀ ਵੀ ਹੋ ਜੂ, ਸਭ ਦੀ ਹੋ ਜਾਣੀ। ਸੱਚ ਹੈ, ਅੱਖਾਂ ਨਾਲ ਵੇਂਦਿਆਂ ਵੇਂਦਿਆਂ ਬੜੀ ਦੁਨੀਆ ਤੁਰ ਗਈ ਜੀ, ਬੜਾ ਸੰਸਾਰ ਤੁਰ ਰਿਹਾ, ਆ ਰਿਹਾ, ਜਾ ਰਿਹਾ। ਹੁਣ ਜੇ ਕੋਈ ਨਾ ਜਾਵੇ, ਕੋਈ ਨਾ ਜਾਵੇ, ਇੱਥੇ ਫਿਰ ਤਿਲ ਡਿੱਗਣ ਨੂੰ ਜਗ੍ਹਾ ਨਹੀਂ ਰਹਿਣੀ। ਕੋਈ ਰੱਬ ਦਾ ਪਿਆਰਾ, ਇੱਕ ਸਮਝਣ ਦਾ ਨੁਕਤਾ ਹੈ, ਉਹ ਰੱਬ ਦੀ ਬੰਦਗੀ ਕੀਤੀ, ਖੁਦਾ ਨੂੰ ਕਹਿੰਦਾ ਰੱਬਾ ਮੇਰੀ ਬੇਨਤੀ ਆ, ਕਹਿੰਦਾ ਦੱਸ ਕੀ ਚਾਹੀਦਾ। ਖੁਸ਼ ਹੋਏ ਭਗਵਾਨ ਉਹਦੀ ਬੰਦਗੀ ਤੋਂ। ਉਹ ਕਹਿੰਦਾ ਵੀ ਮੇਰੀ ਇੱਕੇ ਬੇਨਤੀ ਆ, ਮੇਰੀ ਇੱਕੇ ਅਰਜ਼ ਹੈ, ਸਾਡੇ ਘਰ ਦੇ ਵਿੱਚ ਕੋਈ ਮਰੇ ਨਾ। ਬੰਦਗੀ ਕੀਤੀ ਸੀ ਉਹਨੇ, ਰੱਬ ਕੀਤਾ ਸੀ, ਚਲੋ ਉਹਦੀ ਭਗਤੀ ਨੂੰ, ਭਾਵਨਾ ਨੂੰ ਫਲ ਲਾਇਆ। ਕਹਿੰਦਾ ਵੀ ਸਾਡੇ ਕੋਈ ਮਰੇ ਨਾ। ਪਰਮਾਤਮਾ ਕਹਿੰਦਾ ਠੀਕ ਹੈ, ਨਹੀਂ ਮਰੂ ਤੁਹਾਡੇ ਕੋਈ,
ਉਸਤਾਦ ਤੂੰ ਕਹਿ ਦਿੱਤਾ ਵੀ 7 ਵਚਨ ਭਾਈ, ਠੀਕ ਹੈ, ਨਹੀਂ ਕੋਈ ਤੁਹਾਡੇ ਮਰਦਾ, ਕਿਸੇ ਦੀ ਮੌਤ ਨਹੀਂ ਹੁੰਦੀ। ਚੱਲ ਪਿਆ ਸਮਾਂ ਜੀ, ਕੋਈ ਨਾ ਮਰਿਆ ਉਹਨਾਂ ਦੇ। ਹੁਣ ਅੱਗੇ ਨਵੇਂ ਬੱਚੇ ਪੈਦਾ ਹੋਈ ਗਏ, ਨਵੇਂ ਆਈ ਗਏ, ਪੁਰਾਣਾ ਕੋਈ ਜਾਵੇ ਨਾ। ਸਮਝਣ ਦਾ ਨੁਕਤਾ ਇੱਕ, ਪੁਰਾਣਾ ਕੋਈ ਜਾਵੇ ਨਾ, ਨਵੇਂ ਆਈ ਗਏ, ਨਵੇਂ ਆਈ ਗਏ, ਵੱਡੇ ਹੋਈ ਗਏ, ਵਿਆਹ ਹੋਈ ਗਿਆ, ਹੋਰ ਬੱਚੇ ਨਵੇਂ ਆਈ ਗਏ। ਇੱਥੇ ਤੱਕ ਗੱਲ ਪੁੱਜ ਗਈ, ਘਰੇ ਬੈਠਣ ਉੱਠਣੋਂ ਪੈਣ ਸੌਣ ਦੀ ਜਗ੍ਹਾ ਮਿਲਣੋਂ ਰਹਿ ਗਈ। ਕਿਸੇ ਨੂੰ ਨਾ ਪੈਣਾ ਮਿਲੇ, ਨਾ ਸੌਣਾ ਮਿਲੇ, ਖਾਣਾ ਪੀਣਾ, ਭਾਵ ਇੰਨੀ ਭੀੜ ਹੋ ਗਈ ਘਰ ਦੇ ਵਿੱਚ। ਘਰੇ ਕੀ, ਹੁਣ ਉਹ ਵੇਖੀ ਜਾਂਦਾ, ਉਹ ਵੀ ਬੰਦਾ ਜਿਹਨੇ ਵਰ ਮੰਗਿਆ ਸੀ। ਨਵਿਆਂ ਦਾ ਜਨਮ ਹੋ ਰਿਹਾ, ਪੁਰਾਣਾ ਕੋਈ ਗਿਆ ਨਹੀਂ, ਭੀੜੇ ਹੋਣੀ ਹੈ। ਭੁੱਖੇ ਲੱਗ ਗਏ ਮਰਨ, ਔਖਾ ਹੋ ਗਿਆ, ਲੱਗਿਆ ਰੋਣ ਪਿਆ ਵੀ ਔਖੀ ਹੋ ਗਿਆ ਕੰਮ, ਖਾਣਾ ਦਾਣਾ ਵੀ ਨਹੀਂ, ਭੁੱਖੇ ਮਰ ਰਹੇ ਆ। ਹੁਣ ਬਾਰੇ ਆ ਕੋਈ ਮਰੇ ਨਾ, ਅਮਰ। ਸਮਝਣ ਦਾ ਨੁਕਤਾ। ਤੇ ਗੁਰਮੁਖੋ ਬੜਾ ਔਖਾ ਹੋ ਗਿਆ ਜੀ, ਭੀੜ ਹੋ ਗਈ, ਤਿਲ ਡਿੱਗਣ ਨੂੰ ਥਾਂ ਨਾ ਰਹੀ। ਫਿਰ ਰੋ ਕੇ ਰੱਬ ਨੂੰ ਬੇਨਤੀ ਕੀਤੀ, ਰੱਬਾ ਇਹ ਤਾਂ ਕੰਮ ਖਰਾਬ ਹੋ ਗਿਆ। ਕਹਿੰਦੇ ਫਿਰ ਤੂੰ ਹੀ ਮੰਗਿਆ ਸੀ ਨਾ, ਮੈਂ ਕੀ ਕਰਾਂ, ਮੈਂ ਕੀ ਕਰਾਂ। ਭਾਵ ਕਿ ਜੀ ਕੋਈ ਨਾ ਮਰਦਾ, ਆਪਣੀਆਂ ਅੱਖਾਂ ਨਾਲ ਕਿੰਨੀ ਦੁਨੀਆ ਆਪਾਂ ਵੇਖਦੇ ਆ, ਕਿੰਨੀ ਦੁਨੀਆ ਚਲੀ ਗਈ। ਜੇ ਕੋਈ ਨਾ ਹੀ ਜਾਂਦਾ, ਇੱਥੇ ਕੋਈ ਤੁਰਨ ਫਿਰਨ ਨੂੰ ਜਗ੍ਹਾ ਹੁੰਦੀ, ਭੀੜ। ਭਾਵ ਬਾਰੀ ਆ, ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਸੋ ਚੱਲ ਸੀ, ਉਹਨੇ ਜਾਣਾ। ਸਭ ਕੋਈ ਆਈ ਬਾਰੀ ਹੈ। ਤੇ ਨਾਲ ਦੀ ਨਾਲ ਮਹਾਰਾਜ ਇਹ ਵੀ ਸਮਝਾਉਂਦੇ ਆ ਕਿ ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਹਿਬ ਮਨੋ ਵਿਸਾਰੀ ਹੈ। ਜਿਹਦੇ ਹੱਥ ਵਿੱਚ ਸਾਡੀ ਡੋਰ ਹੈ ਨਾ, ਸਾਡੀ ਡੋਰ ਹੈ, ਸਾਡਾ ਸਟੀਅਰਿੰਗ ਹੈ, ਸਾਨੂੰ ਚਲਾ ਰਿਹਾ ਜਿਹੜਾ, ਅੱਜ ਦੀ ਰਜਾ 'ਚ ਸਾਡੇ ਸਾਹ ਆਉਂਦੇ ਨੇ ਜਾਂਦੇ ਨੇ, ਉਹਨੂੰ ਚੇਤੇ ਰੱਖੋ, ਉਹਨੂੰ ਵਿਸਾਰੋ ਨਾ ਕਦੇ ਵੀ। ਤੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜਿਹੜਾ ਮੇਨ ਕਾਰਜ ਅਸੀਂ ਸਵਾਰਨ ਆਇਆ। ਭਈ ਪ੍ਰਾਪਤ ਮਨੁੱਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਬਰ ਕਾਜ ਤੇਰਾ ਕਿਤੇ ਨਾ, ਕਾਮ ਮਿਲ ਸਾਧ ਸੰਗਤ ਅੱਜ ਕੇਵਲ ਨਾਮ। ਬੜੇ ਪ੍ਰਮਾਣ ਨੇ ਜੀ ਬਾਣੀ ਦੇ ਵਿੱਚ। ਗੱਲ ਬਸ ਉਹੀ ਹੈ ਵੀ ਸਮਝਦੇ ਨਹੀਂ, ਸੁਣਨਾ ਨਹੀਂ ਮਨ ਲਾ ਕੇ, ਕਦੇ ਵਿਚਾਰੇ ਨਹੀਂ ਕਦੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਆਈ ਵਾਰੀ ਆ। ਪੁਨਰ ਜਨਮ ਨਾ ਹੋਈ, ਮੁੜ ਕੇ ਮਨੁੱਖਾ ਸਰੀਰ ਮਿਲਣੀ ਨਹੀਂ, ਆ ਬਾਰੀ ਆ ਰੱਬ ਨਾਲ ਮਿਲਣ ਦੀ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰ ਬਾਰ। ਜਿਉ ਬਨ ਫਲ ਪਾਕੇ ਭੂਏ ਗਿਰੈ, ਬੋਰ ਨ ਲਾਗੈ ਡਾਰ। ਆ ਮਨੁੱਖਾ ਜਨਮ ਦੁਰਲਭ ਹੈ, ਬਾਰ ਬਾਰ ਨਹੀਂ ਮਿਲਦਾ। ਜਿਵੇਂ ਪੱਕੇ ਹੋਏ ਫਲ ਡਿੱਗ ਗਏ ਨਾ, ਟਾਹਣੀ ਨਾਲੋਂ ਇੱਕ ਵਾਰੀ ਟੁੱਟ ਗਿਆ ਫਲ, ਕੱਚਾ ਪੱਕਾ ਹੈ, ਉਹ ਦੁਬਾਰੇ ਨਹੀਂ ਜੁੜਦਾ। ਇਸੇ ਤਰ੍ਹਾਂ ਆ ਜ਼ਿੰਦਗੀ ਰੂਪੀ ਜੋ ਮਿਲਿਆ ਨਾ ਫਲ, ਸਾਹਾਂ ਦੀ ਡੋਰ ਇੱਕ ਵਾਰੀ ਟੁੱਟੀ, ਦੁਬਾਰੇ ਨਹੀਂ ਤੁਰਦੀ, ਖਤਮ ਹੈ ਕਹਾਣੀ, ਤੁਰਨਾ ਪਏਗਾ। ਤੇ ਸਾਧ ਸੰਗਤ ਜੀ, ਉੱਥੇ ਫਿਰ ਮੌਤ ਜਿਹੜੀ ਆ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਪਿਆਰੇ ਸਨੇਹੀ ਸਾਡੇ ਮਿੱਤਰ ਦੋਸਤ ਜਿੰਨੇ ਵੀ ਆ, ਬੇਸ਼ੱਕ ਚਲੋ ਉਸ ਟਾਈਮ ਸਭ ਦੀ ਰੋਣਾ ਆਉਂਦਾ ਜੀ, ਕਿਉਂਕਿ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕਿ ਨਾ, ਸਭ ਨਹੀਂ ਮਰਨਾ, ਸਭ ਨੇ ਇੱਕ ਦਿਨ ਵਿਛੜਨਾ। ਸਿਆਣਿਆਂ ਨੂੰ ਪੁੱਛੋ ਅੱਗੇ ਕਿਸੇ ਨੇ ਮਿਲਣਾ ਜਾਂ ਨਾ, ਕੋਈ ਮਿਲਿਆ ਜਾਂ ਨਾ ਮਿਲਿਆ। ਮਰਨ ਵਾਲਾ ਕਿੱਥੇ ਕੁ ਗਿਆ ਪਤਾ ਨਹੀਂ, ਕੋਈ ਭਰੋਸਾ ਨਹੀਂ ਜੀ। ਉਹ ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਫਿਰ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ। ਕੰਨ ਕਹੀਏ, ਕੰਨ ਹੀ ਲੱਗਦੇ ਨੇ ਨਾ, ਕੰਨ ਹੀ ਕੰਧਿਆਂ ਤੇ ਮੋਢਿਆਂ ਤੇ ਧਰ ਕੇ ਲਿਜਾਂਦੇ ਆ ਬੰਦੇ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਅਮਲ ਜੇ ਕੀਤਿਆਂ ਦੁਨੀ ਵਿੱਚ ਦਰਗਹਿ ਆਵੇ ਕੰਮ। ਦਰਗਾਹ ਵਿੱਚ ਚੰਗੇ ਅਮਲ ਜੇ ਕਮਾਏ ਹੋਣਗੇ, ਉਹ ਕੰਮ ਆਉਣਗੇ। ਆ ਫਿਰ ਪੁੱਠੇ ਸਿੱਧੇ ਕੰਮ ਨਹੀਂ ਉੱਥੇ ਆਉਣੇ, ਇਹਨਾਂ ਦਾ ਸਜ਼ਾ ਮਿਲਣੀ। ਸੋ ਗੁਰਮੁਖ ਪਿਆਰਿਓ, ਸਮਾਂ ਹੈ, ਜੁੜ ਜਾਈਏ। ਪਤਾ ਨਹੀਂ ਕਿੱਥੇ ਕਿਵੇਂ ਕਦੋਂ ਮੌਤ ਆ ਜਾਣੀ ਆ, ਕਦੋਂ ਉਹਨੇ ਬੁਲਾ ਲੈਣਾ ਵੀ ਆ ਜਾ ਭਾਈ। ਇੱਕ
ਮਨੁੱਖ ਮਿਲਿਆ ਕਬੀਰ ਸਾਹਿਬ ਜੀ ਨੂੰ। ਉਹ ਕਹਿੰਦੇ ਭਾਈ ਰੱਬ ਰੱਬ ਕਰਦਾ ਹੁੰਦਾ? ਕਹਿੰਦਾ ਨਾ ਜੀ, ਅਜੇ ਤਾਂ ਜਵਾਨੀ ਹੈ, ਮੈਂ ਕੀ ਕਰਨ ਵਾਲੇ ਰੱਬ ਰੱਬ। ਆ ਕਈ ਹੁਣ ਨੌਜਵਾਨ ਵੀਰ ਭੈਣਾਂ ਮਾਤਾਵਾਂ ਆਈ ਸੋਚਦੇ ਨੇ ਕਿ ਗੁਰਦੁਆਰੇ ਮੰਦਿਰ ਮਸਜਿਦ ਧਾਰਮਿਕ ਸਥਾਨ ਜਿੰਨੇ ਵੀ ਬਣੇ ਆ ਦੁਨੀਆ 'ਚ ਸੰਸਾਰ 'ਚ, ਨੌਜਵਾਨ ਪੀੜ੍ਹੀ ਜਿਹੜੀ ਆ ਨਾ, ਯੰਗ ਜਨਰੇਸ਼ਨ, ਨੌਜਵਾਨ ਬੱਚੇ ਇਹੀ ਸੋਚਦੇ ਨੇ ਕਿ ਇਹ ਜਿਹੜੇ ਧਾਰਮਿਕ ਸਥਾਨ ਨੇ, ਗੁਰੂ ਘਰ ਮੰਦਿਰ ਮਸਜਿਦ ਬਜ਼ੁਰਗਾਂ ਵਾਸਤੇ ਬਣੇ ਨੇ। ਉਹ ਸੋਚਦੇ ਨੇ, ਤਾਂ ਹੀ ਹੁਣ ਦੇਖਦੇ ਆਪਾਂ ਤਕਰੀਬਨ ਅਧਖੜ ਉਮਰ ਤੋਂ ਉੱਪਰ ਦੇ ਜਾਂ ਬਜ਼ੁਰਗ ਹੁੰਦੇ ਆ ਗੁਰਦੁਆਰਾ ਸਾਹਿਬ। ਜਵਾਨ ਜਿਹੜੇ ਨੇ ਵੀਰ ਭੈਣ ਭਰਾ ਕੋਈ ਕੋਈ ਹੁੰਦਾ ਤਕਰੀਬਨ, ਇਹ ਨਹੀਂ ਵੀ ਕੋਈ ਵੀ ਨਹੀਂ ਆਉਂਦਾ, ਹੁੰਦੇ ਆ ਗਿਣਤੀ ਦੇ, ਜ਼ਿਆਦੇ ਬਜ਼ੁਰਗੇ ਹੁੰਦੇ ਨੇ। ਉਹਨਾਂ ਦੀ ਸੋਚ ਇਹ ਹੈ ਨੌਜਵਾਨ ਵੀਰਾਂ ਦੀ ਕਿ ਬੁੱਢਿਆਂ ਵਾਸਤੇ ਬਣੇ ਨੇ ਧਾਰਮਿਕ ਸਥਾਨ ਜਿਹੜੇ ਨੇ, ਵੀ ਉਹੀ ਕਰਨ ਰੱਬ ਰੱਬ। ਬੰਦਾ ਸੋਚਦਾ ਕਿ ਬੜੀ ਉਮਰ ਹੈ, ਅਜੇ ਤਾਂ ਖਾਣ ਪੀਣ ਦੇ ਦਿਨ ਨੇ ਮੇਰੇ, ਬੁੱਢੇ ਹੋ ਕੇ ਜਪ ਲਾਂਗੇ। ਕਿਤੇ ਲਿਖਿਆ ਜੀ ਕਿ ਬੰਦੇ ਨੇ ਬੁੱਢਾ ਹੋਣਾ? ਮੈਂ ਬੁੱਢਾ ਹੋਣਾ ਜਾਂ ਨਾ ਹੋਣਾ, ਕੋਈ ਭਰੋਸਾ ਨਹੀਂ। ਇੱਕ ਬਿੰਦ ਦਾ ਵਸਾ ਨਹੀਂ ਬੰਦੇ ਨੂੰ, ਇੱਕ ਬਿੰਦ ਦਾ। ਬੰਦਾ ਸੋਚਦਾ ਕਿ ਜ਼ਿੰਦਗੀ ਬਹੁਤ ਲੰਮੀ ਆ। ਬਾਣੀ ਕਹਿੰਦੀ ਹੈ, ਹਰ ਜਪਦਿਆਂ ਖਿੰਡ ਢਿੱਲ ਨਾ ਕੀਜੀ, ਮੇਰੀ ਜਿੰਦੜੀਏ ਮਤ ਕੇ ਜਾਪੈ ਸੋ ਆਵੇ ਕੇ ਨਾ ਆਵੇ ਰਾਮ। ਅਗਲਾ ਸਾ ਆਉਣਾ ਜਾਂ ਨਾ ਆਉਣਾ, ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੁਹਤ ਨਾ ਜਾਣਾ। ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਅੰਧੇ ਵਿਚਾਰ ਦੇਖ ਕੇਤੇ ਕੇ ਦਿਨਾ, ਕਿੰਨੇ ਕੁ ਦਿਨ ਰਹਿ ਗਏ ਮੂਰਖ ਬੰਦੇ ਆ, ਵਿਚਾਰ ਲਾ। ਇੱਕ ਦਮ ਦੇ ਹੀ ਮਾਲਕ ਆ, ਦਮ ਦਮ ਸਦਾ ਸੰਭਾਲਦਾ। ਫਿਰ ਉਹ ਜਿਹੜਾ ਮਾਲਕ ਹਰ ਇੱਕ ਦਮ ਨਾਲ ਸਾਨੂੰ ਰੱਖਦਾ, ਸਾਂਭਦਾ, ਉਹਨੂੰ ਚੇਤੇ ਕਰ। ਸੋ ਇਸ ਕਰਕੇ ਗੁਰਮੁਖੋ ਕਹਿੰਦੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ। ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤਿਆਂ ਮਰ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਭਾਲ ਕੇ ਲੱਭ ਕੇ ਥੱਕ ਗਏ, ਕੋਈ ਨਹੀਂ ਮਿਲਿਆ, ਕੋਈ ਰਹਿਣ ਨਾ ਪਾਇਆ, ਕੋਈ ਨਹੀਂ ਰਿਹਾ ਇੱਥੇ ਜਿਹੜਾ ਸਦੀ ਕੋਈ ਅਮਰ ਬੈਠਿਆ ਹੋਵੇ ਇੱਥੇ। ਫਿਰ ਜਿਹੜਾ ਨਾ ਕਿਤੇ ਅਮਰ ਰਹਿਣ ਦੀ ਕੋਈ ਦ੍ਰਿਸ਼ਟੀ ਲੈ ਲਈ, ਬਿਰਤੀ ਲੈ ਲਈ, ਬਰ ਲਿਆ ਮਾਲਕ ਤੋਂ, ਕੋਈ ਆਪਾਂ ਤਾਂ ਮਿਲਿਆ ਨਹੀਂ। ਕੋਈ ਐਸਾ ਹੋਏਗਾ, ਕੋਈ ਰੱਬ ਜਾਣਦਾ, ਉਹ ਤਾਂ ਫਿਰ ਦੁਨੀਆ ਨੂੰ ਦੇਖ ਦੇਖ ਕੇ ਰੋਂਦੀ ਹੋਊ, ਤੰਗੇ ਹੋਊਗਾ। ਦੁੱਖ ਸੁੱਖ ਦੁਨੀਆ ਦੇ ਆਪਦੇ ਘਰਾਂ 'ਚ ਬੜਾ ਔਖਾ। ਤੇ ਗੁਰਮੁਖ ਪਿਆਰਿਓ, ਉਹ ਸੋਚਦੇ ਆ ਕਿ ਬਜ਼ੁਰਗਾਂ ਵਾਸਤੇ ਨੇ ਰੱਬ ਦਾ ਨਾਮ ਜਪਣਾ ਜਿਹੜਾ। ਹਾਲੇ ਕਹਿੰਦੇ ਅਜੇ ਤਾਂ ਜਵਾਨ ਆ, ਬੁੱਢੇ ਹੋ ਕੇ ਜਪਾਂਗੇ। ਕਿਤੇ ਨਹੀਂ ਲਿਖਿਆ ਜੀ ਕਿਸੇ ਨੇ ਬੁੱਢਾ ਹੋਣਾ ਜਾਂ ਨਾ ਹੋਣਾ। ਕਈ ਦਾਦੇ ਪੜਦਾਦੇ ਬੈਠੇ ਨੇ, ਦਾਦੇ ਪੜਦਾਦੇ ਬੈਠੇ ਨੇ, ਨੌਜਵਾਨ ਪੋਤੇ ਪੜੋਤੇ ਪਹਿਲਾਂ ਤੁਰ ਗਏ, ਪਹਿਲਾਂ ਤੁਰ ਗਏ ਨੇ। ਸਮਾਂ ਹੈ ਜੀ, ਸਾਹਾਂ ਦੀ ਖੇਡ ਹੈ, ਖੈਰ ਹੈ ਸਾਹਾਂ ਦੀ। ਕਿਸੇ ਨੂੰ ਵੱਧ ਪਾ ਲਈ, ਕਿਸੇ ਨੂੰ ਘੱਟ ਪਾ ਦਿੱਤੀ ਪ੍ਰਮਾਤਮਾ ਨੇ। ਕਈ ਜਵਾਨੀ ਪਹਿਰੇ 'ਚ ਜਾਂਦੇ ਆ, ਰੱਬ ਨਾ ਕਰੇ ਕੋਈ ਜਾਵੇ ਜੀ, ਪਰ ਸਾਹਾਂ ਦੀ ਖੇਡ ਆ। ਕਈ ਅਧਖੜ ਉਮਰ 'ਚ ਬਜ਼ੁਰਗ ਹੋ ਕੇ ਤਾਂ ਸੱਚ ਹੈ ਵੀ ਉਦੋਂ ਤਾਂ ਜਾਣੀ ਆ ਸਭ ਨੇ, ਪਰ ਉਦੋਂ ਵੀ ਬੰਦੇ ਦਾ ਮਨ ਕਦੋਂ ਕਰਦਾ ਕਿ ਮੈਂ ਜਾਵਾਂ। ਕਈ ਬਚਪਨ 'ਚ ਚਲੇ ਜਾਂਦੇ ਆ, ਕਈ ਜਨਮ ਲੈਣ ਸਾਰ ਚਲੇ ਜਾਂਦੇ ਆ। ਕਈ ਬੱਚੇ ਐਸੇ ਹੁੰਦੇ ਆ ਜੀ, ਮਾਂ ਦੇ ਪੇਟ 'ਚ ਜੋਤ ਧਾਈ, ਉਹ ਜਨਮ ਲੈਣ ਤੋਂ ਪਹਿਲਾਂ ਪੂਰੇ ਹੋ ਜਾਂਦੇ। ਖੇਡ ਹੈ ਮਾਲਕ ਦੀ। ਉਹ ਮਿਲਿਆ ਕਬੀਰ ਸਾਹਿਬ ਜੀ ਨੂੰ, ਕਹਿੰਦਾ ਭਾਈ ਰੱਬ ਰੱਬ ਕਰਿਆ ਕਰ। ਕਬੀਰ ਸਾਹਿਬ ਜੀ ਆਖਣ ਲੱਗੇ, ਉਹ ਕਹਿੰਦਾ ਅਜੇ ਕੀ ਟਾਈਮ ਹੈ, ਅਜੇ ਤਾਂ ਮੇਰੇ ਖਾਣ ਪੀਣ ਦੇ ਦਿਨ ਨੇ। ਕਹਿੰਦੇ ਐਵੇਂ ਨਾ ਸੋਚ, ਐਵੇਂ ਨਾ ਸੋਚ, ਇਹ ਨਾ ਸੋਚ ਤੂੰ ਬੁੱਢਾ ਹੋਏਗਾ, ਬਜ਼ੁਰਗ ਹੋਏਗਾ। ਹੁਣ ਤੇਰੇ ਨੈਣ ਪ੍ਰਾਣ ਕੰਮ ਕਰਦੇ ਨੇ, ਕਹਿੰਦਾ ਕਰਦੇ ਨੇ। ਫੇਰ ਰੱਬ ਨਾਲ ਜੁੜਨ ਦਾ ਸਮਾਂ ਕੀ ਆ ਅਸਲ ਦੇ ਵਿੱਚ? ਅਸੀਂ ਸੋਚਦੇ ਹਾਂ ਕਿ ਬੁੱਢੇ ਹੋ ਕੇ ਜਪਾਂਗੇ। ਹੁਣ ਧਿਆਨ ਨਾਲ ਸੁਣਿਓ ਮਹਾਰਾਜ ਦੇ ਬਚਨ। ਕਬੀਰ ਸਾਹਿਬ ਜੀ ਕਹਿੰਦੇ ਐਵੇਂ ਨਾ ਸੋਚ ਕੇ ਤੂੰ ਬਜ਼ੁਰਗ ਹੋ ਕੇ ਜਪੇਗਾ। ਚਲੋ ਮੰਨ ਲੈ ਵੀ ਤੂੰ ਬਜ਼ੁਰਗ ਹੋ ਗਿਆ, ਠੀਕ ਹੈ, ਬੁੱਢਾ ਹੋ ਕੇ ਜਪ ਲੇਗਾ। ਆ ਜਾ ਫਿਰ ਸਾਹਮਣੇ ਤੈਨੂੰ ਸਮਝਾਈਏ।
ਕਹਿੰਦੇ ਸੱਜਣਾ, ਨਾਮ ਨਾਲ, ਪ੍ਰਮਾਤਮਾ ਨਾਲ ਜੁੜਨ ਦਾ ਸਮਾਂ ਕੀ ਆ? ਜਬ ਲਗ ਜਰਾ ਰੋਗ ਨਹੀਂ ਆਇਆ। ਇਹ ਨਾ ਸੋਚ ਕੇ ਬੁਢੇਪੇ 'ਚ ਜਾ ਕੇ ਜਪੇਗਾ। ਅਸਲ ਦੇ ਵਿੱਚ ਆ ਜਵਾਨੀ ਜਿਹੜੀ ਆ ਨਾ, ਜਵਾਨੀ ਬੰਦਾ ਸੁੱਧ ਬੋਲ ਸਕਦਾ ਹੈ, ਸੁਣ ਸਕਦਾ ਹੈ, ਵੇਖ ਸਕਦਾ ਹੈ ਜੀ, ਸਮਝ ਸਕਦਾ ਗੱਲਬਾਤ, ਕੋਈ ਦੱਸੇ ਅੱਗੇ। ਉਹ ਟਾਈਮ ਹੈ ਰੱਬ ਨਾਲ ਜੁੜਨ ਦਾ। ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਬੁਢੇਪੇ ਦੇ ਆਉਣ ਤੋਂ ਪਹਿਲਾਂ, ਭਾਵ ਜਵਾਨੀ 'ਚ। ਰੰਗ ਮਾਣ ਲਾ ਪਿਆਰਿਆ, ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨੌ ਹੁਲਾ। ਭਾਵ ਕੇ ਤਨ ਜੋਬਨ ਅਰ ਫੁੱਲੜਾ, ਨਾਠੜੀਏ ਦਿਨ ਚਾਰ। ਪੱਬਣ ਕੇਰੇ ਪਤ ਜਿਉ ਢਲ ਢੁੱਲ ਜੁੰਮਣ ਹਾਰ। ਆ ਜਵਾਨੀ, ਫੁੱਲ, ਪੈਸਾ, 4 ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ। ਧਨ ਜੋਬਨ ਅਰ ਫੁੱਲੜਾ, ਨਾਠੜੀਏ ਦਿਨ ਚਾਰ। 4 ਦਿਨਾਂ ਨੂੰ ਨੱਠ ਜਾਣਾ, ਜਵਾਨੀ ਵੀ ਨੱਠ ਜੂ, ਹੈਂ ਜੀ। ਫੁੱਲ ਨੇ ਵੀ ਕਮਲਾ ਜਾਣਾ, ਫੁੱਲ ਜੋਬਨ ਉੱਡ ਜੂ। ਧਨ ਜਿਹੜਾ ਉਹ ਵੀ ਸਦਾ ਨਹੀਂ ਰਹਿੰਦਾ। ਆਪ ਮਾਇਆ ਪਈ ਹੈ, ਕਿਹੜਾ ਸਦਾ ਰਹਿਣੀ ਹੈ, ਉੱਡ ਜੂ ਇਹ ਵੀ। ਤੇ ਗੁਰਮੁਖੋ ਉੱਥੇ ਕਹਿੰਦੇ ਜੀ, ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੁੰਮਣ ਹਾਰ। ਜਿਵੇਂ ਪਾਣੀ ਦੇ ਕਿਨਾਰੇ ਚੌਪੱਤੀ ਦਾ ਇੱਕ ਪੌਦਾ ਹੁੰਦਾ ਹੈ, ਦਰਖਤ, ਕੋਈ ਵੀ ਲਾਓ, ਪਾਣੀ ਹੈ ਉਹ ਹਰਾ ਭਰਾ ਹੈ। ਪਾਣੀ ਸੁੱਕਦਾ ਜਾਂਦਾ, ਉਹ ਚੌਪੱਤੀ ਦਾ ਦਰਖਤ ਵੀ ਜਿਹੜਾ ਨਾ, ਪੌਦਾ ਵੀ ਜਿਹੜਾ ਨਾ, ਉਹ ਵੀ ਸੁੱਕਦਾ ਜਾਂਦਾ ਦਿਨ ਰਾਤ। ਜਦੋਂ ਪਾਣੀ ਸੁੱਕੀ ਜਾਂਦਾ, ਉਹ ਵੀ ਸੁੱਕੀ ਜਾਂਦਾ। ਜਿਸ ਦਿਨ ਪਾਣੀ ਸੁੱਕ ਗਿਆ, ਉਹ ਪੌਦਾ ਵੀ ਸੁੱਕ ਗਿਆ। ਅੰਦਰ ਸਾਡੇ ਸਾਹਾਂ ਰੂਪੀ ਪਾਣੀ ਹੈ, ਹਰੇ ਭਰੇ ਆ। ਪਾਣੀ ਜਿਹੜਾ ਸਾਹਾਂ ਰੂਪੀ, ਆ ਸਾਹ ਵੱਧ ਨਹੀਂ ਰਹੇ ਕਿ ਹੋਰ ਮਿਲੀ ਜਾਣਗੇ, ਹੋਰ ਪਵਾ ਲਾਂਗੇ ਵੈਲਿਡਿਟੀ, ਜਿਵੇਂ ਮੋਬਾਈਲਾਂ 'ਚ ਪਵਾਉਂਦੇ ਆ, ਨਾ, ਨਹੀਂ ਪੈਂਦੀ। ਸਾਹਾਂ ਰੂਪੀ ਪਾਣੀ ਸੁੱਕਦਾ ਜਾਂਦਾ, ਮੁੱਕਦਾ ਜਾਂਦਾ, ਅਸੀਂ ਵੀ ਸੁੱਕਦੇ ਜਾਂਦੇ ਆ, ਮੌਤ ਦੇ ਵੱਲ ਨੂੰ ਵੱਧਦੇ ਜਾਂਦੇ ਆ। ਉਹ ਕਹਿੰਦੇ ਫਿਰ ਭਾਈ ਰੰਗ ਮਾਣ ਲੈ ਪਿਆਰਿਆ, ਜੋ ਜੋਬਨ ਨੌ ਹੁਲਾ। ਰੰਗ ਮਾਣ ਰੱਬ ਦੀ ਰਜਾ ਚ ਰਹਿ, ਅਧਿਆਤਮਕ ਰੰਗ ਮਾਣ ਜੋ ਜੋਬਨ। ਜਿੰਨਾ ਟਾਈਮ ਤੂੰ ਜਵਾਨ ਹੈ, ਸਰੀਰ ਵਿੱਚ ਨਵੀਂ ਜਾਨ ਹੈ, ਜਾਂ ਜੋਬਨ ਨਾ ਹੁਲਾ। ਦਿਨ ਥੋੜੜੇ ਥੱਕੇ, ਦਿਨ ਥੋੜੇ ਰਹਿ ਗਏ ਜੀਵਨ ਦੇ, ਭਇਆ ਪੁਰਾਣਾ ਚੋਲਾ। ਆ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ, ਨਵੇਂ ਆ ਰਹੇ ਨੇ, ਪੁਰਾਣੇ ਆਪਾਂ ਜਾ ਰਹੇ ਹਾਂ। ਇਹ ਨਹੀਂ ਵੀ ਕਿ ਮੈਂ ਨਵਾਂ ਹੁੰਨਾ। ਦਿਨ ਦਿਨ ਅਬਦ ਘਟਦਾ ਹੈ, ਭਾਵ ਦਿਨ ਤੇ ਪੈਰ, ਪੈਰ ਤੇ ਘਰੀਆਂ, ਆਬ ਕਟੈ ਤਨ ਸੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਵਿਦ ਕੀਜੈ। ਕੀ ਇਲਾਜ ਕਰਾਂਗੇ? ਕੋਈ ਇਲਾਜ ਨਹੀਂ ਜੀ। ਐਸੀ ਵੇਦਨ ਉਪਜ ਖਰੀ ਪਈ, ਵਾਹ ਕਾਇ ਔਖਦ ਨਾਹੀ। ਕੋਈ ਇਲਾਜ ਨਹੀਂ। ਉਹ ਕਹਿੰਦੇ ਇਹ ਨਾ ਸੋਚ, ਬਜ਼ੁਰਗ ਹੋ ਕੇ ਜਾਏਂਗੇ। ਖੜ ਗਿਆ ਕਬੀਰ ਸਾਹਿਬ ਜੀ ਦੇ ਕੋਲ, ਥੋੜੀ ਥੋੜੀ ਗੱਲ ਸਮਝ ਆਉਣ ਲੱਗੀ। ਕਹਿੰਦੇ ਭਾਈ ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨਾ ਟਾਈਮ ਤੇਰੇ ਤੇ ਬੁਢੇਪਾ ਨਹੀਂ ਨਾ ਆ ਜਾਂਦਾ, ਸਰੀਰ ਤੇਰਾ ਮੰਜੇ ਨਾਲ ਨਹੀਂ ਜੁੜ ਜਾਂਦਾ, ਉਦੋਂ ਪਹਿਲਾਂ ਰੱਬ ਦਾ ਨਾਮ ਲੈ। ਤੇ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਕਾਇਆ ਕਹੀਏ ਸਰੀਰ, ਕਾਲ ਕਹੀਏ ਸਮਾਂ। ਉਹ ਸਮਾਂ ਨਹੀਂ ਆ ਜਾਂਦਾ, ਤੂੰ ਨਿਸਲ ਹੋ ਕੇ ਮੰਜੇ ਤੇ ਨਹੀਂ ਡਿੱਗ ਜਾਂਦਾ, ਭਾਵ ਮੰਜੇ ਨਾਲ ਨਹੀਂ ਨਾ ਜੁੜ ਜਾਂਦਾ, ਉਦੋਂ ਪਹਿਲਾਂ ਰੱਬ ਦਾ ਨਾਮ ਧਿਆ। ਸਮੇਂ ਦੀ ਖੇਡ ਆ ਨਾ ਜੀ। ਬੰਦਾ ਸੋਚਦਾ ਕਿ ਜਵਾਨੀ ਪਹਿਰੇ ਕੰਮ ਕਰੀਏ, ਬਜ਼ੁਰਗ ਹੋ ਕੇ ਜਪਾਂਗੇ। ਉਸ ਟਾਈਮ ਗੁਰਮੁਖੋ ਸਰੀਰ ਚੱਲਣ ਫਿਰਨ ਜੋਗਰਾ ਨਹੀਂ ਰਹਿੰਦਾ, ਚੱਲਣ ਜੋਗਰਾ ਨਹੀਂ ਫਿਰ ਰਹਿੰਦਾ। ਬਜ਼ੁਰਗ ਹੋ ਗਿਆ, ਜੁੜ ਗਿਆ ਮੰਜੇ ਨਾਲ, ਉੱਠੇ ਨਹੀਂ ਜਾਣਾ। ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਜਿੰਨਾ ਟਾਈਮ ਤੂੰ ਸੁੱਧ ਤੁਰ ਸਕਦਾ, ਆਪਦੇ ਸਹਾਰੇ ਜਾ ਸਕਦਾ, ਆਪ ਆਪਣੀ ਮਰਜ਼ੀ ਨਾਲ ਉੱਠ ਕੇ। ਜਿਵੇਂ ਹੁਣ ਜਵਾਨੀ ਪਹਿਰੇ ਚ ਛਾਲਾਂ ਮਾਰਦੇ ਆ ਮੰਜਿਆਂ ਤੋਂ, ਕੰਧਾਂ ਉੱਪਰ ਦੀ ਟੱਪਦਾ ਬੰਦਾ, ਬੜਾ ਕੁਛ ਸਮੇਂ ਦੀ ਫੇਰ ਹੁੰਦਾ ਨਾ।
ਜਿਹੜਾ ਸਰੀਰ ਅੱਕਦਾ ਨਹੀਂ, ਥੱਕਦਾ ਨਹੀਂ, ਇੰਨੇ ਕੰਮ ਕਰਕੇ 20-20 ਘੰਟੇ ਹਲ ਵਾਹ ਕੇ, ਟਰੈਕਟਰ ਵਾਹ ਕੇ, ਉਹੀ ਬੰਦੇ ਨੂੰ ਫਿਰ 2-4 ਬੰਦੇ ਚੁੱਕ ਕੇ ਖੜਾ ਕਰਦੇ ਆ। ਸਮੇਂ ਦੀ ਫੇਰ ਹੈ, ਆਈ ਲੈ। ਉਹ ਕਹਿੰਦੇ ਭਾਈ ਇੰਨੀ ਨਿੱਕੀ ਜੰਗੀ ਹੈ ਬਾਬਾ ਫਰੀਦ ਸਾਹਿਬ, ਥਲ ਡੂੰਗਰ ਪਵੇ ਓਮ, ਅੱਜ ਫਰੀਦੈ ਕੂਜੜਾ ਸੈ ਕੋਹਾਂ ਥੀ ਓਮ। ਆ ਨਿੱਕੀਆਂ ਨਿੱਕੀਆਂ ਜੰਗਾਂ ਨਾਲ, ਦੱਤਾਂ ਨਾਲ ਦੁਨੀਆ ਘੁੰਮ ਦਿੱਤੀ। ਕਹਿੰਦੇ ਅੱਜ ਆ ਮੰਜੇ ਦੇ ਸਰਾਣੇ ਪਾਣੀ ਦਾ ਲੋਟਾ ਪਿਆ, ਮੱਗ ਜੱਗ ਕੋਈ ਵੀ ਗਲਾਸ ਲਾਓ, ਉਹ ਨਹੀਂ ਚੁੱਕਿਆ ਜਾਂਦਾ, ਹੱਥ ਪੈਰ ਹਿਲਦੀ ਨਹੀਂ। ਉਹ ਕਹਿੰਦੇ ਜਿੰਨਾ ਟਾਈਮ ਤੂੰ ਬੁੱਢਾ ਨਹੀਂ ਹੋ ਜਾਂਦਾ, ਜਬ ਲਗ ਬਿਕਲ ਭਈ ਨਹੀਂ ਬਾਨੀ। ਕਬੀਰ ਸਾਹਿਬ ਉਹਨੂੰ ਕਹਿੰਦੇ ਸੱਜਣਾ, ਆ ਜਿੰਨਾ ਟਾਈਮ ਤੇਰੀ ਜ਼ੁਬਾਨ ਸ਼ੁੱਧ ਬੋਲਦੀ ਆ, ਵਾਹਿਗੁਰੂ, ਰਾਮ, ਅੱਲਾ, ਖੁਦਾ, ਗੋਡ, ਜੋ ਵੀ ਤੈਨੂੰ ਚੰਗਾ ਲੱਗਦਾ ਕਹਿ ਸਕਦਾ, ਕਹਿ ਲੈ। ਜਗਲਾ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ। ਸੁੱਧ ਸੁਣ ਸਕਦਾ, ਕੰਨ ਚੰਗੀ ਤਰ੍ਹਾਂ ਕੰਮ ਕਰਦੇ ਨੇ, ਸਮਝ ਆਉਂਦੀ ਹੈ, ਵੇਖ ਸਕਦਾ, ਸ਼ੁੱਧ ਸੰਗਤਾਂ ਦੇ ਦਰਸ਼ਨ, ਗੁਰੂ ਸਾਹਿਬ ਦੇ ਦਰਸ਼ਨ, ਬਾਣੀ ਦੇ ਦਰਸ਼ਨ, ਸ਼ੁੱਧ ਮੈਂ ਬੋਲ ਸਕਦਾ, ਸੁਣ ਸਕਦਾ। ਮਹਾਰਾਜ ਜੀ ਕਹਿੰਦੇ ਸੁੱਧ ਤੁਰ ਸਕਦਾ, ਆਪਣੀ ਮਰਜ਼ੀ ਨਾਲ ਉੱਠ ਕੇ ਇਸ਼ਨਾਨ ਕਰਕੇ ਰੱਬ ਰੱਬ ਕਰ ਸਕਦਾ, ਅੰਮ੍ਰਿਤ ਵੇਲੇ ਸੰਗਤ ਚ ਆ ਕੇ ਬਹਿ ਸਕਦਾ, ਆਪਦੇ ਸਹਾਰੇ। ਇਹ ਆ ਰੱਬ ਨਾਲ ਜੁੜਨ ਦਾ ਸਮਾਂ। ਤੂੰ ਕਹਿੰਦਾ ਮੈਂ ਬਜ਼ੁਰਗ ਹੋ ਕੇ ਜੁੜੂ, ਬਜ਼ੁਰਗ ਹੋ ਕੇ ਕਈ ਬਜ਼ੁਰਗ ਬੈਠੇ ਨੇ ਮੰਜਿਆਂ ਤੇ, ਵੇਖਨੇ ਆਪਾਂ ਤਾਂ ਹੁਣ ਉਹ ਕੰਮ ਕਰ ਲੈਣਗੇ ਜੀ ਸੰਸਾਰ ਦਾ। ਮੱਝਾਂ ਨੂੰ, ਪਸ਼ੂਆਂ ਨੂੰ ਲੈ ਜਾਣਗੇ ਖੇਤ, ਹਲ ਵਾਹ ਲੈਣਗੇ, ਟਰੈਕਟਰ ਚਲਾ ਲੈਣਗੇ? ਨਹੀਂ, ਉਹ ਆਪਣੇ ਸਾਰੇ ਵੀ ਨਹੀਂ ਤੁਰ ਸਕਦੇ। ਸੋਟੀ ਕੋਈ ਕੰਧ ਦਾ ਸਹਾਰਾ ਜਾਂ ਕਿਸੇ ਬੱਚੇ ਦਾ, ਕਿਸੇ ਹੋਰ ਦਾ ਸਹਾਰਾ ਲੈ ਕੇ ਤੁਰਨਗੇ। ਕਈਆਂ ਨੂੰ ਕਿਰਿਆ ਵੀ ਆਪ ਸਾਨੂੰ ਕਰਾਉਣੀ ਪੈਂਦੀ ਹੈ। ਰੱਬ ਨਾ ਕਰੂ ਕੋਈ ਐਸਾ ਸਮਾਂ ਕਿਸੇ ਦੇ ਬਣੇ। ਬਜ਼ੁਰਗ ਹੋ ਕੇ ਪ੍ਰੇਮੀਓ, ਕਬੀਰ ਸਾਹਿਬ ਕਹਿੰਦੇ ਸੱਜਣਾ, ਸੰਸਾਰ ਦਾ ਕੰਮ ਨਹੀਂ ਹੁੰਦਾ, ਸੰਸਾਰ ਦਾ। 70 ਕਾ ਮਤ ਹੀਣ ਅਸੀਆਂ ਕਾ ਬਿਹਾਰ ਨਾ ਪਾਵੈ, 90 ਕਾ ਸੇ ਜਾਸਨੀ ਮੂਲ ਨਾ ਜਾਣੇ ਆਪ ਬਲ। ਢੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਧੁਵੇ ਕਾ ਧਵਲ ਹਰ। ਗੁਰਬਾਣੀ ਦਾ ਕੈਲਕੂਲੇਟਰ ਵਰਤੋ ਕਿ 10 ਬਾਲ ਤਨ 20 ਸ਼ਰਵਣ, 30 ਕਾ ਸੁੰਦਰ ਕਹਾਵੈ। 40 ਪੁਰ ਹੋਏ, ਜਦੋਂ 40 ਸਾਲ ਦਾ ਹੋਗਾ ਨਾ ਬੰਦਿਆ, ਉਦੋਂ ਤੂੰ ਪੂਰਾ। ਭਾਵ 40 ਸਾਲ ਤੋਂ ਬਾਅਦ ਸਰੀਰ ਵੱਧਦਾ ਨਹੀਂ। ਚਲੋ ਉਮਰ ਜਿੰਨੀ ਮਰਜ਼ੀ ਆ, ਗੁਰਬਾਣੀ ਦਾ ਕੈਲਕੂਲੇਟਰ ਹੈ ਕਿ ਜਦੋਂ 40 ਸਾਲ ਦਾ ਹੋ ਗਿਆ ਨਾ, ਉਦੋਂ ਬਾਅਦ 40 ਪੁਰ ਹੋਏ 85 ਪੱਗ ਖਿਸੈ। 50 ਤੱਕ ਜਾਂਦੇ ਜਾਂਦੇ ਪੈਰ ਜਿਹੜੇ ਨੇ ਡੱਗ ਡਮਵਾਉਣ ਲੱਗ ਜਾਂਦੇ ਆ, ਹਿੱਲਣ ਲੱਗ ਜਾਂਦੇ, ਸਰਕਣ ਲੱਗ ਜਾਂਦੇ ਆ। 40 ਸਾਲ ਤੱਕ ਆ ਬੰਦਾ ਘੋੜੇ ਵਰਗਾ। 60 ਪੇ ਵਡੇਪਾ ਆਵੇ, 60 ਸਾਲ ਤੱਕ ਬਜ਼ੁਰਗ ਹੋ ਜਾਂਦਾ ਬੰਦਾ, ਬੁੱਢਾ ਹੋ ਜਾਂਦਾ। 70 ਕਾ ਮਤਹੀਣ, 70 ਸਾਲ ਦਾ ਮਤਹੀਣ। ਘਰ ਬੱਚੇ ਕਹਿੰਦੇ ਨੇ, ਚਲੋ ਹੋਵੇ ਨਾ ਹੋਵੇ, ਹੁਣ ਬੁੱਢਾ ਕਹਿੰਦੇ ਨੇ ਬੱਚੇ, ਤੂੰ ਬੁੱਢਾ ਚੁੱਪ ਕਰਕੇ ਬਹਿ ਜਾ। ਬਾਪੂ ਕਹਿੰਦਾ ਮੇਰਾ 70 ਸਾਲ ਦਾ ਤਜਰਬਾ ਹੈ, ਪੁੱਤ ਕਹਿੰਦਾ ਮੈਂ 16 ਪੜ੍ਹਿਆ, ਤੈਨੂੰ ਬੜਾ ਪਤਾ ਹੈ। ਉਹ ਕਹਿੰਦਾ ਭਾਈ ਮੈਂ ਜ਼ਿੰਦਗੀ ਗੁਜ਼ਾਰੀ, ਐਵੇਂ ਨਹੀਂ ਆ ਚਿੱਟੇ ਆ ਗਏ। ਪਰ ਅੱਜ ਕੱਲ ਦੀ ਜਨਰੇਸ਼ਨ ਕਦੋਂ ਮੰਨਦੀ ਆ? ਉਹ ਕਹਿੰਦੇ ਚੁੱਪ ਕਰਕੇ ਬਹਿ ਜਾ, ਤੈਨੂੰ ਬੜਾ ਪਤਾ ਗੱਲਾਂ ਦਾ। ਮਤਹੀਣ ਹੋ ਜਾਂਦਾ। 80 ਕਾ ਬਿਹਾਰ ਨਾ ਪਾਵੇ, 80 ਸਾਲ ਤੱਕ ਫਿਰ ਜਦੋਂ ਜਾਂਦਾ ਹੈ ਕੰਮ ਧੰਦੇ ਚੋਂ ਹੱਥ ਪੱਲਾ ਹਿਲਾਉਣੋਂ ਬੰਦ। 90 ਕਾ ਸਹਿਜਾਸਣੀ, 90 ਸਾਲ ਦਾ ਹੋ ਜਾਂਦਾ, 100 ਸਾਲ ਦੀ ਉਮਰ ਮੰਨੀ। ਕੈਲਕੂਲੇਟਰ ਵਰਤਿਆ ਮਹਾਰਾਜ ਨੇ ਗੁਰਬਾਣੀ ਦਾ। ਸਹਿਜਾਸਣੀ ਮੰਜੇ ਨਾਲ ਜੁੜ ਗਿਆ। ਮੂਲ ਨਾ ਜਾਣੇ ਆਪ ਵੱਲ, ਫਿਰ ਜਿਹੜੀ ਤਾਕਤ ਪਾਵਰ ਨਾਲ ਛਾਲਾ ਮਾਰਦਾ ਸੀ ਕਿਸੇ ਟਾਈਮ, ਅੱਜ ਖਤਮ ਕਹਾਣੀ। ਸਹਿਜਾਸਣੀ ਮੰਜੇ ਨਾਲ ਜੁੜ ਗਿਆ। ਉਹ ਕਹਿੰਦੇ ਪੈਸੇ ਇਹ ਢੂੰਡ ਕੇ ਢੋਲ ਕੇ ਵੇਖ ਲਿਆ ਖੋਜ ਕੇ, ਢੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ। ਇਹ ਚਿੱਟਾ ਪਲਸਤਰੀ ਘਰ ਹੈ, ਹੱਥ ਮਾਰਿਆ ਕੁਛ ਵੀ ਨਹੀਂ ਹੱਥ ਚ ਆਇਆ। ਧੂਹੇ ਦਾ ਪਹਾੜ ਹੈ, ਧੂਹੇ ਚ ਹੱਥ ਮਾਰਾਂਗੇ ਕੀ ਹੱਥ ਚ ਆਉਣਾ ਸਾਡੇ?
ਕਬੀਰ ਸਾਹਿਬ ਉਹਨੂੰ ਆਖਣ ਲੱਗੇ, ਭਾਈ ਸਰੀਰ 'ਚ ਨਵੀਂ ਜਾਨ ਹੈ, ਸੁੱਧ ਬੋਲ ਸਕਦਾ, ਸੁਣ ਸਕਦਾ, ਵੇਖ ਸਕਦਾ, ਉਹ ਟਾਈਮ ਰੱਬ ਨਾਲ ਜੁੜ ਲੈ। ਅਬ ਨਾ ਭਜਸ ਭਜਸ ਕਬ ਭਾਈ, ਹੁਣ ਨੀ ਤੂੰ ਜਪਦਾ, ਹੁਣ ਨੀ ਰੱਬ ਰੱਬ ਕਰਦਾ। ਜੇ ਹੁਣ ਨੀ ਨਾ ਜਪਦਾ, ਕਦੋਂ ਜਪੇਗਾ? ਆਵੈ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ, ਮੌਤ ਆ ਗਈ, ਉਦੋਂ ਕੀ ਭਜੇਗਾ? ਕੀ ਜਪੇਗਾ? ਕੀ ਜਪੇਗਾ? ਉਦੋਂ ਤਾਂ ਫਿਰ ਹੱਥਾਂ ਪੈਰਾਂ ਦੀ ਪੈ ਜਾਣੀ ਆ, ਮੈਂ ਮਰਾਂ ਨਾ। ਉਹ ਟਾਈਮ ਜਿੰਦਨ ਮਾਣੀ ਕੱਢੀ ਹੈ, ਹੱਡਾਂ ਕੂ ਕੁੜਕਾਏ। ਜਿੰਦ ਜਿਹੜੀ ਹੈ, ਹੱਡਾਂ ਨੂੰ ਕੜਕਾ ਕੜਕਾ ਕੇ ਉਹਨਾਂ ਨੇ ਕੱਢ ਲਿਆ। ਫਿਰ ਬੰਦਾ ਆਇਆ ਗਿਆ ਮੂਇਆ ਨਾਓ, ਬੰਦਾ ਆਉਂਦਾ ਚਲਾ ਜਾਂਦਾ। ਕੁਛ ਟਾਈਮ ਬਾਅਦ ਬੰਦੇ ਦਾ ਨਾਮ ਵੀ ਮਰ ਜਾਂਦਾ। ਪਿੱਛੋਂ ਪੱਤਲ ਸਦਿਓ ਕਾਵ, ਪਿੱਛੋਂ ਬਾਅਦ ਵਿੱਚ ਘਰਦਿਆਂ ਨੇ ਪਿੰਡ ਭਰਾਏ, ਹਾਂਜੀ, ਸਰਾਧ ਕਰਾਏ, ਉੱਪਰ ਕੋਠਿਆਂ ਤੇ ਛੱਤਾਂ ਤੇ ਕਾਵਾਂ ਨੂੰ ਸੱਦਿਆ, ਰੋਟੀ ਪਾਈ, ਖੀਰ ਪਾਈ। ਪਿੱਛੋਂ ਪੱਤਲ ਸਦਿਓ ਕਾਵ, ਉਹ ਜਿਹੜਾ ਪਾਉਂਦੇ ਆ, ਸਰਾਧ ਕਰਾਉਂਦਾ, ਉਹ ਉਹਨਾਂ ਤੱਕ ਨਹੀਂ ਉੱਪੜਦਾ। ਸਭ ਕੁਛ ਜੀਵਤ ਕੋ ਵਿਵਹਾਰ, ਬਾਣੀ ਕਹਿੰਦੀ ਹੈ ਸਾਰਾ ਕੁਛ ਜਿਉਂਦਿਆਂ ਨਾਲ ਸੰਬੰਧ ਹੈ, ਮਰਨ ਤੋਂ ਬਾਅਦ ਕੁਛ ਨਹੀਂ ਆ। ਤੇ ਨਾਨਕ ਮਨ ਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਆ ਜਿੰਨਾ ਟਾਈਮ ਤੇਰੇ ਸਰੀਰ 'ਚ ਨਵੀਂ ਜਾਨ ਆ ਨਾ, ਰੱਬ ਰੱਬ ਕਰ ਲਿਆ ਕਰ। ਨਹੀਂ ਫਿਰ ਜਦੋਂ ਚੱਬਣ ਚੱਲਣ ਤਨ ਸੇ ਸੁਣੀਅਰ ਵਹਿ ਗਏ, ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ। ਚੱਬਣ ਦੰਦ, ਚੱਲਣ ਹੱਥ ਪੈਰ, ਰਤਨ ਸੇ ਅੱਖਾਂ ਦੇਖਣ ਦੀ ਸ਼ਕਤੀ, ਸੁਣੀਅਰ ਬਹਿ ਗਏ, ਆ ਕੰਨ ਚਲੇ ਗਏ, ਸੁਣਨ ਦੀ ਸ਼ਕਤੀ ਚਲੀ ਗਈ। ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ, ਜਦੋਂ ਆ ਨਾਲ ਦੇ ਤੁਰ ਗਏ, ਬੰਦੇ ਨੇ ਵੀ ਉੱਡ ਜਾਣਾ। ਫਿਰ ਧਾ ਮਾਰਦਾ, ਨਾਲ ਦੇ ਵੀ ਫਿਰ ਧਾ ਮਾਰ ਦਿੰਦੇ। ਭਾਈ ਸੱਜਣ ਮੇਰੇ ਰੰਗਲੇ, ਜਾਏ ਸੁੱਤੇ ਜੀ ਰਾਣ, ਹੰਪੀ ਵੱਜਾਂ ਡੂਬਣੀ ਰੋਵਾਂ ਝੀਣੀ ਬਾਣ। ਸੱਜਣ ਰੰਗਲੇ ਮਿੱਤਰ ਸਾਡੇ ਮਿਲਦੇ ਜੁਲਦੇ ਆ, ਜਿਨ੍ਹਾਂ ਨੂੰ ਆਪਾਂ ਜਾ ਕੇ ਸੌਂ ਗਏ ਨੇ ਮੜੀਆਂ ਦੇ ਵਿੱਚ, ਆਪਾਂ ਵੀ ਸੌਂ ਜਾਣਾ ਹੈ। ਹੇੜੇ ਭਾਵ ਹੰਪੀ ਵੱਜਾਂ ਡੂਬਣੀ, ਅਸੀਂ ਵੀ ਧੀਮੀ ਜੀ ਆਵਾਜ਼ ਵਿੱਚ ਰੋਂਦੇ ਰੋਂਦੇ ਉਧਰ ਨੇ ਤੁਰ ਜਾਣਾ, ਜਿੱਧਰ ਨੂੰ ਭਾਈ ਮਿੱਠੂ ਸਿੰਘ ਗਏ ਨੇ। ਕਬੀਰ ਸਾਹਿਬ ਜੀ ਨੇ ਸਮਝਾਇਆ ਉਹਨੂੰ, ਸੱਜਣਾ ਇਹ ਨਾ ਸੋਚ ਕਿ ਤੂੰ ਬਜ਼ੁਰਗ ਹੋਣਾ ਫੇਰ ਜਪੇਗਾ। ਬਜ਼ੁਰਗ ਹੋਣਾ ਕਿਤੇ ਨਹੀਂ ਲਿਖਿਆ ਵੀ ਬੰਦਾ ਹੋਊ ਜਾਂ ਨਾ ਹੋਊ, ਕਿਉਂਕਿ ਜੋ ਆਇਆ ਉਹਨੇ ਜਾਣਾ ਵੀ ਆ। ਜੋ ਦਿਨ ਆਵੇ ਸੋ ਦਿਨ ਜਾਹੀ, ਜਿਹੜਾ ਜੀਵਨ ਦਾ ਦਿਨ ਅੱਜ ਚੜਿਆ ਇਹਨੇ ਛਿਪਣਾ ਵੀ ਆ। ਇੱਕ ਇੱਕ ਕਰਕੇ ਸਾਡੇ ਜੀਵਨ ਦੇ ਜਿੰਨੇ ਦਿਨ ਅਸੀਂ ਦੇਖਣੇ ਆ, ਛਿਪਦੇ ਜਾਂਦੇ ਆ, ਜਾ ਰਹੇ ਆ ਜੀ, ਖਤਮ ਨੇ। ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸਭ ਨੇ ਕੂਚ ਕਰਨਾ। ਸੰਗ ਚਲਤ ਹੈ ਹੰਪੀ ਚੱਲਣਾ, ਨਾਲ ਦੇ ਤੁਰ ਗਏ, ਨਾਲ ਬਥੇਰਿਆਂ ਦੇ ਸਾਥੀ ਹੋਣਗੇ। ਹਾਣ ਪ੍ਰਮਾਣ ਦੇ ਬੜੇ ਨੇ ਭਾਈ ਮਿੱਠੂ ਸਿੰਘ ਦੇ, ਇਹਨਾਂ ਤੋਂ ਪਹਿਲਾਂ ਵੀ ਤੁਰ ਗਏ, ਇਹ ਵੀ ਗਏ। ਜਿਹੜੇ ਹਾਣ ਪ੍ਰਮਾਣ ਦੇ ਨੇ ਉਹ ਵੀ ਜਾਣਗੇ, ਮੈਂ ਵੀ ਜਾਣਾ। ਦੂਰ ਗਗਨ ਸਿਰ ਉੱਪਰ ਮਰਨਾ। ਬਾਪੂ ਕਹਿੰਦਾ ਵੀ ਟਾਈਮ ਥੋੜਾ ਹੈ, ਬੰਦਾ ਸੋਚਦਾ ਵੀ ਟਾਈਮ ਬੜਾ ਹੈ। ਦੂਰ ਗਗਨ ਸਿਰ ਉੱਪਰ ਮਰਨਾ, ਰਾਹ ਬੜਾ ਲੰਮਾ, ਬੜੀਆਂ ਲੰਮੇਰੀਆਂ ਬਾਟਾਂ ਮਿਲਣੀਆਂ ਨੇ ਅੱਗੇ। ਸਿਰ ਉੱਪਰ ਮਰਨਾ, ਮਰਨਾ ਜਿਹੜਾ ਸਿਰ ਤੇ ਆ, ਹੁਣ ਵੀ ਆਈ, ਹੁਣ ਵੀ ਆਈ, ਕੋਈ ਪਤਾ ਨਹੀਂ। ਬੰਦਾ ਸੋਚਦਾ ਕਿ ਮੌਤ ਬਹੁਤ ਦੂਰ ਹੈ, ਬੰਦਾ ਹੱਸਦਾ ਖੇਡਦਾ ਮਿਲਦਾ ਜੁਲਦਾ ਇੱਕ ਦੂਜੇ ਨਾਲ, ਮੁੜ ਕੇ ਮਿਲਦੀ ਨਾ। ਆਪਾਂ ਕਹਿੰਦਾ ਹੁਣ ਤਾਂ ਮੈਨੂੰ ਮਿਲਿਆ ਸੀ, ਗੱਲਾਂ ਕੀਤੀਆਂ ਸੀ, ਸਕਿੰਟਾਂ 'ਚ ਬੰਦਾ ਗਿਆ, ਕੋਈ ਪਤਾ ਨਹੀਂ ਲੱਗਣਾ ਜੀ, ਕੋਈ ਪਤਾ ਨਹੀਂ ਲੱਗਦਾ ਕਦੋਂ ਆ ਸਰੀਰ ਰੂਪੀ ਘੜਾ ਫੁੱਟ ਜਾਣਾ। ਉਹ ਕਹਿੰਦੇ ਭਾਈ ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਜਾਓ ਪਾਨੀ। ਜਾਂਦਾ ਸਰੀਰ ਬੀਤਦਾ, ਜ਼ਿੰਦਗੀ ਬੀਤਦੀ ਜਾਂਦੀ ਹੈ, ਦਿਨ ਰਾਤ ਅਸੀਂ ਮੌਤ ਵੱਲ ਨੂੰ ਵੱਧਦੇ ਜਾਂਦੇ ਆ। ਕਬੀਰ ਸਾਹਿਬ ਕਹਿੰਦੇ ਸੱਜਣਾ ਮੌਤ ਨੇੜੇ ਆਉਂਦੀ ਜਾਂਦੀ ਆ, ਰੱਬ ਰੱਬ ਕਰ ਲੈ। ਇਹ ਨਾ ਸੋਚ ਬਜ਼ੁਰਗ ਹੋਏਗਾ, ਉਹ ਟਾਈਮ ਜਾ ਕੇ ਤਾਂ ਬੰਦੇ ਨੂੰ ਆਪਣਾ ਨਾਮ ਨਹੀਂ ਯਾਦ ਰਹਿੰਦਾ। ਸੰਸਾਰ ਦਾ ਕੰਮ ਨਹੀਂ ਕੋਈ ਬੰਦਾ ਕਰ ਸਕਦਾ ਬਜ਼ੁਰਗ ਹੋ ਕੇ, ਨਿਰੰਕਾਰ ਦਾ ਕਿਵੇਂ ਕੰਮ ਕਰ ਲੂਗਾ।
ਨਾਲੇ ਉਹ ਜਿਹੜਾ ਰਾਹ ਆਉਣਾ ਨਾ, ਜੈ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹੜੇ ਮਾਰਗ ਦੇ ਉਹ ਅਗਲੀਆਂ ਜਿਹੜੀਆਂ ਬਾਟਾਂ ਮਿਲਣੀਆਂ ਨੇ, ਬਿਨ ਸਤਿਗੁਰ ਬਾਟ ਨਾ ਪਾਵੇ ਜਾਂ ਬਿਨ ਸਤਿਗੁਰ ਬਾਟਣ ਪਾਵੇ, ਕੁਰਾਹੇ ਪੈ ਜਾਂਦਾ ਬੰਦਾ। ਲੰਮੇ ਰਾਹ ਨੇ ਉਹ ਮਾਰਗ, ਜਿਨ੍ਹਾਂ ਦੇ ਕਿੰਨੇ ਕੁ ਕੋਹ ਨੇ, ਕਿੰਨੀ ਕੁ ਬਾਹੀ ਹੈ, ਕਿੰਨੇ ਕੁ ਕਿਲੋਮੀਟਰ ਨੇ, ਕੋਈ ਗਿਣਤੀ ਮਿਣਤੀ ਨਹੀਂ, 84 ਲੱਖ ਜੂਨੀ ਦੀ, ਉਹ ਪੈ ਜਾਏਗਾ। ਹਰ ਕਾ ਨਾਮ ਊਹਾ ਸੰਗ ਤੋਸਾ, ਉੱਥੇ ਹਰੀ ਦਾ ਨਾਮ ਤੇਰਾ ਸਹਾਰਾ ਬਣੇਗਾ। ਇਸ ਕਰਕੇ ਭਾਈ, ਜਹ ਮਾਤ ਪਿਤਾ ਸੋ ਤਾਂ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਾਈ। ਇੱਕ ਨਾਮ ਨੇ ਸਹਾਇਤਾ ਕਰਨੀ ਆ ਜੀ। ਜਿੱਥੇ ਕੋਈ ਨਾ ਮਾਂ ਨਾ ਪਿਓ, ਕੋਈ ਨਹੀਂ ਖੜਦਾ ਹੁੰਦਾ, ਨਹੀਂ ਖੜਦੇ। ਜਿਉਂਦਿਆਂ ਜੀ ਛੱਡ ਜਾਂਦੇ, ਜਿਉਂਦੇ ਜੀ। ਮਰਨ ਤੋਂ ਚਲ ਉੱਥੇ ਤਾਂ ਕਿਹਨੇ ਜਾਣਾ, ਅੱਗੇ ਜਿਉਂਦੀ ਛੱਡ ਜਾਂਦਾ ਬੰਦਾ। ਸਭ ਕੁਝ ਕੋਲ ਹੁੰਦਾ ਬੰਦੇ ਦੇ, ਧਨ ਦੌਲਤ, ਜ਼ਮੀਨ ਜਾਇਦਾਦ, ਕਾਰਾਂ ਕੋਠੀਆਂ, ਬੱਚੇ ਧੀ ਪੁੱਤ। ਡਾਕਟਰ ਜਵਾਬ ਦੇ ਦਿੰਦੇ ਨੇ ਵੀ ਘਰੇ ਲੈ ਜਾਓ, ਹੱਥ ਬੰਨ ਦਿੰਦੇ ਨੇ ਵੀ ਕੋਈ ਇਲਾਜ ਨਹੀਂ, ਪੈਸਾ ਵੀ ਨਹੀਂ ਕੰਮ ਆ ਰਿਹਾ। ਸਿਕੰਦਰ ਬਾਦਸ਼ਾਹ ਨੂੰ ਆਈ ਸੀ ਨਾ ਸਮੁੰਦਰ ਦੇ ਵਿੱਚ, ਦੁਨੀਆ ਜਿੱਤੀ ਉਹਨੇ, ਵੱਡੇ ਵੱਡੇ ਵੈਦ ਹਕੀਮ ਨਾਲ ਰੱਖਦਾ ਸੀ। ਆ ਗਈ ਜਦੋਂ, ਉਹ ਕਹਿੰਦਾ ਮੈਨੂੰ ਬਚਾ ਲਓ, ਸਾਰੀ ਦੁਨੀਆ ਦੀ ਅੱਜ ਜਿਹੜੀ ਦੌਲਤ ਜਿੱਤੀ ਆ ਲੈ ਲਓ। ਉਹ ਕਹਿੰਦੇ ਬਾਦਸ਼ਾਹ ਤੈਨੂੰ ਉਹ ਬਿਮਾਰੀ ਐਸੀ ਵੇਦਨ ਉਪਜ ਖਰੀ ਪਈ, ਵਾਹ ਕਾ ਔਖਦ ਨਾਈ, ਉਹ ਲੱਗ ਗਈ ਜਿਹਦਾ ਕੋਈ ਇਲਾਜ ਹੀ ਨਹੀਂ। ਹੁਣ ਤੋਂ ਜੋ ਮਰਜ਼ੀ ਕਰ, ਮੌਤ ਨਹੀਂ ਰੁਕਦੀ, ਤੇਰਾ ਅਖੀਰੀ ਸਮਾਂ। ਡਾਕਟਰ ਹੱਥ ਬੰਨ ਦਿੰਦੇ ਨੇ, ਘਰੇ ਲੈ ਜਾਓ ਭਾਈ, ਸੇਵਾ ਕਰ ਲਓ। ਪੈਸਾ ਵੀ ਹੁੰਦਾ ਕੋਲ ਬੰਦੇ ਦੇ, ਧੀ ਪੁੱਤ ਵੀ ਕੋਲ ਹੋਣਗੇ, ਸਭ ਕੁਝ ਕੋਲ ਹੋਏਗਾ, ਪਰ ਡਾਕਟਰਾਂ ਨੇ ਕਹਿ ਦੇਣਾ ਵੀ ਬਚਣਾ ਨਹੀਂ, ਲੈ ਜਾਓ, ਕੁਛ ਕੰਮ ਨਹੀਂ ਆਉਂਦਾ ਜੀ ਉਸ ਟਾਈਮ। ਸੋ ਸਮੇਂ ਦੀ ਉਡੀਕ ਨਾ ਕਰੀਏ ਕਿ ਬਜ਼ੁਰਗ ਹੋਵਾਂਗੇ, ਪਤਾ ਨਹੀਂ ਕਦੋਂ ਕਿੱਥੇ ਕਿਵੇਂ ਉਡਾਰੀ ਲਾ ਦਾਂ, ਕੀ ਬਹਾਨਾ ਬਣ ਜਾਏ। ਰੱਬ ਰੱਬ ਕਰ ਲਈਏ, ਜ਼ਿੰਦਗੀ ਛੋਟੀ ਜੀ ਆ, ਇਹਨੂੰ ਏਦਾਂ ਐਸੇ ਤਰੀਕੇ ਨਾਲ ਜਿਉਈਏ, ਆਨੰਦ ਆ ਜਾਏ ਜੀਵਨ ਜਿਉਣ ਦਾ ਜੀ। ਉਹ ਕਿਸੇ ਟਾਈਮ ਵੀ ਬੁਲਾ ਲੇ, ਦੁੱਖ ਨਾ ਕੋਈ ਹੋਵੇ, ਦੁਨੀਆ ਛੱਡਣੀ ਔਖੀ ਨਾ ਹੋਵੇ। ਫਿਰ ਔਖਾ ਬੜਾ ਏ ਸਮਾਂ, ਇਹ ਘਾਟ ਹੀ ਬਣਾਉਣੀ ਸਾਨੂੰ। ਮੈਂ ਹੀ ਵਿੱਚਿਆਂ ਤੁਹਾਡੇ ਕੋਸ਼ਿਸ਼ ਕਰੀਏ ਕਿ ਰੱਬ ਰੱਬ ਕਰੀਏ, ਜੀਵਨ ਏਦਾਂ ਦਾ ਕਿਰਦਾਰ ਬਣ ਜੇ ਬੰਦੇ ਦਾ, ਏਦਾਂ ਦਾ ਕਿਰਦਾਰ ਕਿ ਜਾਣ ਦਾ ਦੁੱਖ ਨਾ ਹੋਵੇ, ਸਕੂਨ ਮਿਲੇ ਮੌਤ ਦੇ ਵਿੱਚ ਵੀ। ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ, ਪੂਰਨ ਪਰਮਾਨੰਦ ਉਹ ਮੌਤ। ਆਓ ਜੀ ਭੁੱਲਾਂ ਤੋਂ ਖਿਮਾ, ਮਾਲਕ ਮਿਹਰ ਕਰੇ, ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਿੱਛੋਂ ਪ੍ਰਵਾਨ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਜਿੰਨੀਆਂ ਵੀ ਸੰਗਤਾਂ ਆਪ ਜੀ ਭੋਗ ਦੇ ਸਮੇਂ ਤੇ ਪਹੁੰਚੀਆਂ, ਸਭ ਦਾ ਪਰਿਵਾਰ ਵੱਲੋਂ ਧੰਨਵਾਦ ਹੈ ਜੀ। ਤੇ ਨਾਲ ਹੀ ਬੇਨਤੀ ਹੈ, ਜਿਨ੍ਹਾਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਨਹੀਂ ਛਕਿਆ, ਉਹ ਲੰਗਰ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਇਓ। ਪਰਿਵਾਰ ਵੱਲੋਂ ਧੰਨਵਾਦ ਹੈ ਸੰਗਤਾਂ ਦਾ, ਤੇ ਬੇਨਤੀ ਪ੍ਰਵਾਨ ਕਰਨੀ ਪਰਿਵਾਰ ਦੀ, ਲੰਗਰ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਣਾ। ਸਭ ਨੇ ਹੋਈਆਂ ਭੁੱਲਾਂ ਤੋਂ ਖਿਮਾ ਜੀ। ਆਓ ਹੁਣ ਸਾਰੀ ਸੰਗਤ ਆਨੰਦ ਸਾਹਿਬ ਬਾਣੀ ਦੇ ਜਾਪ ਹੋਣੇ ਆ ਜੀ। ਸਾਰੀ ਸੰਗਤ ਦੇ ਨਾਲ ਨਾਲ ਬੋਲ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਵਿੱਚ ਜੁੜਨਾ ਹੈ ਜੀ। ਵਾਹਿਗੁਰੂ ਜੀ।